ਸਤਨਾਮ ਵਾਹਿਗੁਰੂ ਸਾਹਿਬ ਜੀ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ। ਧਨ ਭਗਤ ਕੀ ਇਹ ਫਲ ਹੋਈ, ਆਦ ਬਿਆਦ ਸ਼ਵ ਸਕੈ ਨਾ ਕੋਈ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰਖੀ ਚਿਤ ਮੈਂ, ਮੇਰਾ ਸਭੋ ਦੁਖ ਵਾਏ ਜਿਉ। ਤੁਮਰੀ ਸਰਨ ਤੁਮਾਰੀ ਹੀ ਆਸਾ, ਤੁਮਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਕਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸੰਬੰਧੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ, ਤ੍ਰਿਲੋਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਹੇ ਭੁਲੀ ਗਵਾਰੀ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਉ। ਸੰਕਰਾ ਮਸਤਕ ਬਸਤਾ, ਸੁਰਸਰੀ ਇਸ਼ਨਾਨ ਰੇ। ਕੁਲ ਜਨ ਮਦੇ ਮਿਲਿਓ, ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਟ ਸਰੀ, ਨਾਰਾਇਣ ਨਿੰਦਸ ਕਾਹੇ ਭੁਲੀ ਗਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਤ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤੀ ਹੈ। ਉਸ ਤੋਂ ਪਹਿਲਾਂ ਗੁਰਬਾਣੀ ਦੇ ਨਿਤਨੇਮ ਆਪਾਂ ਸਰਵਣ ਕੀਤੇ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਹਾਂ। ਇਸ ਕਥਾ ਦੇ ਅੰਦਰ ਧਨਾਸਰੀ ਰਾਗ ਦੇ ਵਿੱਚ ਜੋ ਭਗਤਾਂ ਨੇ ਬਾਣੀ ਦਰਜ ਕਰਵਾਈ ਹੈ, ਭਗਤਾਂ ਦੀ ਬਾਣੀ ਸਰਵਣ ਕਰਦਿਆਂ ਹੋਇਆਂ ਪਹਿਲਾਂ ਕਬੀਰ ਸਾਹਿਬ ਜੀਆਂ ਦੇ ਸ਼ਬਦ ਕੀਤੇ, ਫਿਰ ਨਾਮਦੇਵ ਜੀਆਂ ਦੇ ਸ਼ਬਦ ਸਰਵਣ ਕੀਤੇ। ਉਸ ਤੋਂ ਬਾਅਦ ਵਿੱਚ ਭਗਤ ਰਵਿਦਾਸ ਜੀਆਂ ਦੀ ਬਾਣੀ ਜਿਹੜੀ ਹੈ ਉਹ ਸਰਵਣ ਕੀਤੀ ਹੈ। ਇਹ ਅੱਜ ਦਾ ਜਿਹੜਾ ਸ਼ਲੋਕ ਹੈ ਇਹ ਭਗਤ ਤਰਲੋਚਨ ਜੀ ਹੋਏ
15 ਭਗਤਾਂ ਦੇ ਵਿੱਚ ਇਹ ਵੀ ਇੱਕ ਭਗਤ ਨੇ ਤਰਲੋਚਨ ਜੀ। ਇਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਤਿੰਨਾਂ ਦੀ ਬਾਣੀ ਜਿਹੜੀ ਹੈ ਆਪਾਂ ਉਹ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਕੱਲ ਆਪਾਂ ਇਹ ਬਚਨ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਭਗਵਾਨ ਜੀ ਆ ਕੇ ਨੌਕਰ ਬਣੇ ਅਤੇ ਕਿਵੇਂ ਫਿਰ ਤਰਲੋਚਨ ਭਗਤ ਦਾ ਘਰ ਛੱਡ ਕੇ ਚਲੇ ਗਏ। ਇਸ ਤਰ੍ਹਾਂ ਮਹਾਰਾਜ ਹੁਣ ਬਖਸ਼ਿਸ਼ ਕਰ ਰਹੇ ਨੇ। ਆਓ ਸ਼ਬਦ ਦੀ ਵਿਚਾਰ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ। ਭਗਤ ਤਰਲੋਚਨ ਜੀ ਬਚਨ ਕਰਦੇ ਆਪਣੀ ਇਸਤਰੀ ਨੂੰ, ਘਰਵਾਲੀ ਨੂੰ ਕਹਿਣ ਲੱਗੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਭੋਗਣੇ ਪੈਂਦੇ, ਭੋਗੇ ਬਿਨਾ ਕਰਮ ਟਲਦਾ ਨਹੀਂ। ਇਸਤਰੀ ਨੇ ਪੁੱਛਿਆ, ਕਹਿਣ ਲੱਗੇ ਕਿ ਤਰਲੋਚਨ ਜੀ ਤੁਸੀਂ ਪੂਰਨ ਭਗਤ ਹੋ, ਕੀ ਤੁਹਾਡੇ ਵਰਗਾ ਪੂਰਨ ਭਗਤ ਵੀ ਮੇਰੇ ਕਰਮਾਂ ਨੂੰ ਮਿਟਾ ਨਹੀਂ ਸਕਦਾ ਜੇ ਕੋਈ ਮੈਂ ਪਾਪ ਕਰਮ ਕਰ ਦਿੱਤਾ? ਤੇ ਭਗਤ ਤਰਲੋਚਨ ਜੀ ਕਹਿਣ ਲੱਗੇ ਨਹੀਂ, ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਪਰਮਾਤਮਾ ਨੇ ਜਿਹੜਾ ਲੇਖ ਲਿਖਿਆ ਉਹਨੂੰ ਮਿਟਿਆ ਨਹੀਂ ਜਾ ਸਕਦਾ, ਪਰਮਾਤਮਾ ਹੀ ਮਿਟੇ ਤੇ ਮਿਟ ਸਕਦਾ। ਭਗਤ ਤਰਲੋਚਨ ਜੀ ਕਹਿਣ ਲੱਗੇ ਆਪਣੀ ਇਸਤਰੀ ਨੂੰ, ਘਰਵਾਲੀ ਨੂੰ ਕਹਿਣ ਲੱਗੇ ਜੇ ਤੂੰ ਪਾਪ ਕਰਮ ਤੂੰ ਕੋਈ ਕੀਤਾ ਹੈ, ਪਾਪ ਕਰਮ ਦਾ ਫਲ ਤੈਨੂੰ ਵੀ ਭੋਗਣਾ ਪਵੇਗਾ। ਮੈਂ ਵੀ ਤੇਰੇ ਉਸ ਪਾਪ ਕਰਮ ਨੂੰ ਵੇਟ ਨਹੀਂ ਸਕਦਾ ਹਾਂ, ਐਡਾ ਵੱਡਾ ਇਹ ਕਰਮ ਹੋਇਆ ਕਰਦਾ। ਹਲੇ ਗੁਰਮੁਖੋ ਇਹ ਬਚਨ ਬਿਲਾਸ ਕਰਦੇ ਪਏ, ਇੰਨੇ ਚਿਰ ਨੂੰ ਰਾਤ ਪੈ ਗਈ ਤੇ ਚੰਦਰਮਾ ਚੜ੍ਹ ਗਿਆ। ਤੇ ਚੰਦਰਮਾ ਦੇ ਵੱਲ ਵੇਖ ਕੇ ਨਾ ਭਗਤ ਤਰਲੋਚਨ ਜੀ ਕਹਿਣ ਲੱਗੇ ਆ ਦੇਖ ਕਿੱਡਾ ਵੱਡਾ ਦੇਵਤਾ ਹੈ ਚੰਦਰਮਾ, ਪਰ ਕਲੰਕ ਤੇ ਇਹਦਾ ਨਹੀਂ ਦੂਰ ਹੋਇਆ, ਕਰਮ ਤੇ ਇਹਦਾ ਦੂਰ ਨਹੀਂ ਹੋਇਆ। ਕੱਲ ਦੂਜਦਾ ਚੰਦਰਮਾ ਸੀ, ਲੋਕ ਨਮਸਕਾਰਾਂ ਕਰਦੇ ਸਨ। ਅੱਜ ਤੀਜ ਦਾ ਚੰਦਰਮਾ ਹੈ, ਚੰਦਰਮਾ ਨੂੰ ਵੇਖਣਾ ਪਸੰਦ ਨਹੀਂ ਕਰਦਾ। ਕੱਲ ਨੂੰ ਚੌਥ ਦਾ ਚੰਦਰਮਾ ਹੋਵੇਗਾ, ਜਿਸ ਨੂੰ ਪੱਥਰ ਚੌਥ ਵੀ ਆਖਿਆ ਜਾਂਦਾ। ਲੋਕ ਚੰਦਰਮਾ ਨੂੰ ਪੱਥਰ ਮਾਰਦੇ। ਚੰਦਰਮਾ ਉਹੀ ਹੈ, ਪਰ ਦਿਨ ਬਦਲਿਆ, ਥਿਤ ਬਦਲੀ ਹੈ ਤੇ ਅੱਜ ਉਹ ਮਾੜਾ ਹੋ ਗਿਆ। ਜਦੋਂ ਇਹ ਬਚਨ ਸੁਣਿਆ ਉਸ ਵੇਲੇ ਘਰਵਾਲੀ ਨੇ ਤਰਲੋਚਨ ਜੀ ਨੂੰ ਪੁੱਛਿਆ, ਕਹਿਣ ਲੱਗੇ ਜੀ ਇਹਦੇ ਬਾਰੇ ਮੈਨੂੰ ਪਤਾ ਕੋਈ ਨਹੀਂ, ਆਪ ਜੀ ਜਾਣਕਾਰੀ ਦਿਓ। ਇਹ ਪ੍ਰਸੰਗ ਕਿਸ ਤਰ੍ਹਾਂ ਵਾਪਰਿਆ ਹੈ, ਇਹ ਕਹਾਣੀ ਕਿਸ ਤਰ੍ਹਾਂ ਚੱਲੀ ਹੈ? ਤੇ ਫਿਰ ਬਚਨ ਕਰਦੇ ਕਹਿਣ ਲੱਗੇ ਸ਼ੰਕਰਾ ਮਸਤਕ ਬਸਤਾ। ਚੰਦਰਮਾ ਨੂੰ ਸ਼ਰਾਬ ਮਿਲ ਗਿਆ ਨਾ ਕਲੰਕੀ ਹੋਣ ਦਾ, ਵੀ ਤੂੰ ਕਲੰਕੀ ਹੈ। ਆਪਣਾ ਹੁਣ ਕਲੰਕ ਧਵਾਉਣਾ ਚਾਹੁੰਦਾ, ਮਿਟਾਉਣਾ ਚਾਹੁੰਦਾ। ਇਤਿਹਾਸ ਵਿੱਚ ਬਚਨ ਆਉਂਦਾ ਹੈ ਵੀ ਇੱਕ ਵਾਰੀ ਦੇਵਤਿਆਂ ਦੀ ਸਭਾ ਲੱਗੀ ਹੈ ਤੇ ਦੇਵਤਿਆਂ ਦਾ ਰਾਜਾ ਇੰਦਰ ਹੈ। ਇੰਦਰ ਨੇ ਪੁੱਛਿਆ ਉਸ ਵੇਲੇ ਸੂਰਜ ਨੂੰ ਵੀ ਧਰਤੀ ਤੇ ਸੋਹਣਾ ਕੌਣ ਹੈ? ਸੂਰਜ ਨੇ ਬਹਾਨਾ ਲਾ ਦਿੱਤਾ, ਕਹਿਣ ਲੱਗਾ ਜੀ ਮੇਰਾ ਤੇ ਪ੍ਰਕਾਸ਼ ਇੰਨਾ ਹੈ, ਮੇਰੀ ਤੇ ਧੁੱਪ ਹੀ ਇੰਨੀ ਹੈ, ਕੋਈ ਮੇਰੇ ਵੱਲ ਮੂੰਹ ਕਰਕੇ ਵੇਖਦਾ ਹੀ ਨਹੀਂ। ਲੋਕ ਮੇਰੇ ਤੋਂ ਮੂੰਹ ਛੁਪਾ ਲੈਂਦੇ, ਮੈਨੂੰ ਨਹੀਂ ਪਤਾ ਵੀ ਕੌਣ ਸੋਹਣਾ ਕੌਣ। ਚੰਦਰਮਾ ਨੂੰ ਪੁੱਛਿਆ, ਕਹਿਣ ਲੱਗੇ ਤੂੰ ਦੱਸ ਕੌਣ ਸੋਹਣਾ, ਤੂੰ ਸਾਰੀ ਦੁਨੀਆ ਦੇਖਦਾ। ਚੰਦਰਮਾ ਨੇ ਜਦੋਂ ਸੁਣੀ ਆਪਣੇ ਰਾਜੇ ਦੀ ਗੱਲ ਇੰਦਰ ਦੀ, ਤੇ ਉਹ ਜਵਾਬ ਦੇਣ ਲੱਗਿਆ, ਕਹਿਣ ਲੱਗਾ ਵੀ ਇੱਕ ਗੌਤਮ ਨਾਮ ਦਾ ਰਿਸ਼ੀ ਹੈ। ਉਹ ਰਿਸ਼ੀ ਦੀ ਜਿਹੜੀ ਇਸਤਰੀ ਹੈ ਨਾ ਅਹਲਿਆ, ਉਹ ਬਹੁਤ ਸੋਹਣੇ ਸਰੂਪ ਵਾਲੀ ਹੈ। ਜਦੋਂ ਚੰਦਰਮਾ ਦੀ ਇਹ ਗੱਲ ਸੁਣੀ ਇੰਦਰ ਰਾਜੇ ਨੇ, ਇੰਦਰ ਰਾਜਾ ਕਹਿਣ ਲੱਗਾ ਵੀ ਚੱਲ ਫਿਰ ਮੇਰੇ ਨਾਲ ਚੱਲ, ਮੈਂ ਉਹਨਾਂ ਦੇ ਘਰ ਵਿੱਚ ਕਿਵੇਂ ਜਾ ਸਕਦਾ, ਕਦੋਂ ਜਾ ਸਕਦਾ? ਤੇ ਚੰਦਰਮਾ ਨੇ ਦੱਸਿਆ, ਕਹਿਣ ਲੱਗੇ ਵੀ ਉਹ ਰਿਸ਼ੀ ਤੇ ਰਿਸ਼ੀ ਦੀ ਘਰਵਾਲੀ ਦੋਨੇ ਆਸ਼ਰਮ ਦੇ ਵਿੱਚ ਹੀ ਰਹਿੰਦੇ ਨੇ। ਬਸ ਇੱਕ ਅੰਮ੍ਰਿਤ ਵੇਲੇ ਉਹ ਇਸ਼ਨਾਨ ਕਰਨ ਵਾਸਤੇ ਜਾਂਦਾ ਗੋਦਾਵਰੀ ਤੇ, ਉਦੋਂ ਉਹਦਾ ਘਰ ਇਕੱਲਾ ਹੁੰਦਾ।
ਜਦੋਂ ਇਹ ਬਚਨ ਸੁਣਿਆ ਤੇ ਉਸ ਵੇਲੇ ਇੰਦਰ ਰਾਜਾ ਕਹਿਣ ਲੱਗਾ, ਚਲ ਠੀਕ ਹੈ, ਤੂੰ ਕੱਲ ਨੂੰ ਮੇਰੇ ਨਾਲ ਚੱਲ। ਦੋਨੇ ਜਾਣੇ ਮਿਲ ਕੇ ਚਲੇ ਗਏ। ਬਚਨ ਇਹ ਆਉਂਦਾ ਹੈ ਵੀ ਅੱਧੀ ਰਾਤ ਨੂੰ ਚੰਦਰਮਾ ਨੇ ਮੁਰਗਾ ਬਣ ਕੇ, ਕੁੱਕੜ ਬਣ ਕੇ ਆਵਾਜ਼ ਦਿੱਤੀ, ਤੇ ਉਹ ਜਿਹੜਾ ਰਿਸ਼ੀ ਹੈ ਗੌਤਮ ਕੁੱਕੜ ਦੀ ਆਵਾਜ਼ ਸੁਣਦਾ ਹੈ ਤੇ ਇਸ਼ਨਾਨ ਕਰਨ ਚਲੇ ਜਾਂਦਾ ਹੈ। ਚੰਦਰਮਾ ਕੁੱਕੜ ਬਣ ਕੇ ਬਨੇਰੇ ਤੇ ਬੈਠਾ ਹੋਇਆ, ਬਾਂਗ ਦਿੱਤੀ ਹੈ। ਰਿਸ਼ੀ ਨੇ ਜਾਣਿਆ ਵੀ ਅੰਮ੍ਰਿਤ ਵੇਲਾ ਹੋ ਗਿਆ। ਉਹਨੇ ਆਪਣਾ ਪਰਨਾ ਚੁੱਕਿਆ ਤੇ ਇਸ਼ਨਾਨ ਕਰਨ ਵਾਸਤੇ ਗੋਦਾਵਰੀ ਨੂੰ ਚਲਾ ਗਿਆ। ਇੱਧਰੋਂ ਰਿਸ਼ੀ ਇਸ਼ਨਾਨ ਕਰਨ ਚਲੇ ਗਿਆ, ਉਧਰੋਂ ਜਿਹੜਾ ਚੰਦਰਮਾ ਸੀ ਉਹ ਪਹਿਰੇ ਤੇ ਖਲੋਤਾ ਹੋਇਆ, ਤੇ ਇੰਦਰ ਉਹਦੇ ਘਰ ਦੇ ਵਿੱਚ, ਆਸ਼ਰਮ ਦੇ ਵਿੱਚ ਆ ਕੇ ਆਪਣੀਆਂ ਮਨ ਭਾਉਂਦੀਆਂ ਗੱਲਾਂ, ਜਿਸ ਕੰਮ ਵਾਸਤੇ, ਜਿਹੜੀ ਵਾਸ਼ਨਾ ਵਾਸਤੇ ਆਇਆ ਸੀ, ਕੁਕਰਮ ਵਾਸਤੇ, ਉਹ ਪੂਰਾ ਕਰਦਾ ਪਿਆ। ਜਦੋਂ ਰਿਸ਼ੀ ਜੀ ਨੇ ਜਾ ਕੇ ਇਸ਼ਨਾਨ ਕੀਤਾ ਗੋਦਾਵਰੀ ਦੇ ਵਿੱਚ, ਗੋਦਾਵਰੀ ਨੇ ਉਸ ਵੇਲੇ ਆਵਾਜ਼ ਦਿੱਤੀ, ਕਹਿਣ ਲੱਗੇ, ਰਿਸ਼ੀ ਜੀ ਹਾਲੇ ਅੰਮ੍ਰਿਤ ਵੇਲਾ ਨਹੀਂ ਹੋਇਆ, ਅਜੇ ਤੇ ਅੱਧੀ ਰਾਤ ਦਾ ਸਮਾਂ ਹੈ, ਅੱਜ ਤੁਸੀਂ ਅੱਧੀ ਰਾਤ ਆ ਗਏ ਹੋ, ਤੁਹਾਡੇ ਸਮੇਂ ਵਿੱਚ, ਨੇਮ ਵਿੱਚ ਫਰਕ ਪੈ ਗਿਆ। ਉਸ ਵੇਲੇ ਰਿਸ਼ੀ ਨੇ ਬੋਲ ਕੇ ਦੱਸਿਆ, ਕਹਿਣ ਲੱਗਾ, ਜੀ ਨਹੀਂ, ਮੁਰਗੇ ਨੇ ਆਵਾਜ਼ ਦਿੱਤੀ ਹੈ, ਕੁੱਕੜ ਨੇ, ਤੇ ਮੈਂ ਤੇ ਸਹੀ ਮੁਤਾਬਕ, ਸਮੇਂ ਮੁਤਾਬਕ ਹੀ ਆਇਆ ਹਾਂ। ਗੋਦਾਵਰੀ ਜੀ ਨੇ ਦੱਸਿਆ, ਕਹਿਣ ਲੱਗੇ, ਨਹੀਂ, ਤੇਰੇ ਘਰ ਵਿੱਚ ਚੋਰ ਲੱਗ ਗਏ ਨੇ, ਤੈਨੂੰ ਕਿਸੇ ਨੇ ਛਲਿਆ ਹੈ, ਤੂੰ ਛੇਤੀ ਨਾਲ ਆਪਣੇ ਘਰ ਜਾ ਕੇ ਆਪਣੇ ਘਰ ਦੀ ਸੰਭਾਲ ਕਰ। ਜਦੋਂ ਇਹ ਬਚਨ ਸੁਣਿਆ ਗੌਤਮ ਰਿਸ਼ੀ ਨੇ, ਉਸੇ ਵੇਲੇ ਗੋਦਾਵਰੀ ਚੋਂ ਬਾਹਰ ਨਿਕਲਿਆ, ਦੌੜ ਪਿਆ ਆਪਣੇ ਘਰ ਨੂੰ, ਜਿੱਥੇ ਆਸ਼ਰਮ ਹੈ। ਦੌੜਿਆ, ਆ ਕੇ ਕੀ ਵੇਖਦਾ, ਬਨੇਰੇ ਦੇ ਉੱਪਰ ਚੰਦਰਮਾ ਕੁੱਕੜ ਬਣ ਕੇ ਬੈਠਾ ਹੋਇਆ, ਤੇ ਗਲ ਦੇ ਵਿੱਚ, ਹੱਥ ਵਿੱਚ ਉਹ ਗਿੱਲਾ ਪਰਨਾ ਸੀ ਜਿਹੜਾ ਗੋਦਾਵਰੀ ਵਿੱਚ ਇਸ਼ਨਾਨ ਕਰਨ ਵਾਸਤੇ ਲੈ ਕੇ ਗਿਆ। ਉਸ ਪਰਨੇ ਨੂੰ ਨਿਚੋੜ ਕੇ ਹੱਥ ਵਿੱਚ ਫੜਿਆ ਸੀ। ਉਹ ਨਿਚੋੜਿਆ ਹੋਇਆ ਪਰਨਾ ਹੀ ਵਗਾ ਕੇ ਮਾਰਿਆ ਚੰਦਰਮਾ ਦੇ ਵੱਲ, ਤੇ ਉਹ ਪਰਨਾ ਮਾਰਨ ਦੇ ਨਾਲ ਕਹਿਣ ਲੱਗੇ ਵੀ ਦਾਗ ਪੈ ਗਿਆ। ਅਤੇ ਨਾਲ ਹੀ ਉਹਨਾਂ ਨੇ ਫਿਰ ਬਚਨ ਆਖਿਆ ਵੀ ਇਹ ਜਿਹੜੀ ਤੂੰ ਕਰਮ ਕੀਤਾ ਹੈ, ਇਹ ਬੜਾ ਮਾੜਾ ਕਰਮ ਕੀਤਾ, ਜਿਹੜਾ ਤੇਰੇ ਮੱਥੇ ਲੱਗਿਆ ਕਰੇਗਾ ਉਹ ਵੀ ਕਲੰਕੀ ਹੋ ਜਾਇਆ ਕਰੇਗਾ, ਉਹਨੂੰ ਵੀ ਕਲੰਕ ਲੱਗ ਜਾਵੇਗਾ। ਜਦੋਂ ਅੰਦਰ ਜਾ ਕੇ ਦੇਖਿਆ ਤੇ ਉਸ ਵੇਲੇ ਇੰਦਰ ਨੂੰ ਵੇਖ ਕੇ ਵੀ ਸ਼ਰਾਪ ਦਿੱਤਾ ਰਿਸ਼ੀ ਨੇ, ਕਹਿਣ ਲੱਗਾ ਵੀ ਤੈਨੂੰ ਸ਼ਰਮ ਨਾ ਆਈ, ਤੂੰ ਸਾਧੂਆਂ ਦਾ ਘਰ, ਰਿਸ਼ੀਆਂ ਦਾ ਘਰ ਵੀ ਨਹੀਂ ਛੱਡਿਆ। ਇੱਕ ਪਾਸੇ ਤੂੰ ਸਵਰਗਾਂ ਦਾ ਰਾਜਾ ਹੈ, ਦੇਵਤਾ ਹੈ, ਦੇਵਤਿਆਂ ਦਾ ਵੀ ਰਾਜਾ ਹੈ, ਤੇਰੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਪਤਾ ਨਹੀਂ ਕਿੰਨੀਆਂ ਅਪਛਰਾ ਤੇਰੇ ਕੋਲ ਨੇ, ਦੇਵ ਵਹੁਟੀਆਂ, ਕਿੰਨੇ ਕੁ ਤੇਰੇ ਕੋਲ ਧਨ ਮਾਲ ਪਦਾਰਥ ਨੇ, ਫਿਰ ਵੀ ਤੂੰ ਧਰਤੀ ਤੇ ਆ ਕੇ, ਰਿਸ਼ੀਆਂ ਦੇ ਘਰ ਦੇ ਵਿੱਚ ਆ ਕੇ ਇਹ ਪਾਪ ਕੀਤਾ, ਜਾਂ ਤੇਰੇ ਤੇ ਯਾਰ ਭਗ ਹੋ ਜਾਏਗੀ, ਇਹ ਤੈਨੂੰ ਸਜ਼ਾ ਮਿਲੇਗੀ। ਮਹਾਰਾਜ ਜੀਆਂ ਦਾ ਬਚਨ ਹੈ, ਸਹੰਸਰ ਦਾਨ ਦੇ ਇੰਦਰ ਰੁਵਾਇਆ। ਸਹੰਸਰ ਤੋਂ ਭਾਵ ਗੁਰਮੁਖੋ 1000 ਹੈ। 1000 ਦੀ ਭਾਗ ਦਾ ਨਿਸ਼ਾਨ ਤੇਰੇ ਸਰੀਰ ਤੇ ਬਣੇ, ਸਰੀਰ ਫਟ ਗਿਆ ਤੇ ਸਰੀਰ ਦੇ ਵਿੱਚੋਂ ਲਹੂ ਪਾਕ ਵਹਿੰਦੀ ਪਈ ਹੈ, ਹੁਣ ਪਛਤਾਉਂਦਾ ਹੋਇਆ ਲੁਕਿਆ ਪਿਆ। ਇਹ ਆਪਣੇ ਕੀਤੇ ਕਰਮ ਦੀ ਸਜ਼ਾ ਹੈ। ਉਸ ਵੇਲੇ ਰਿਸ਼ੀ ਦਾ ਕ੍ਰੋਧ ਹਾਲੇ ਸ਼ਾਂਤ ਨਹੀਂ ਹੋਇਆ, ਹਾਲੇ ਵੀ ਉਸੇ ਤਰ੍ਹਾਂ ਗੁੱਸੇ ਵਿੱਚ ਹੀ ਹੈ। ਪਹਿਰੇ ਤੇ ਆਪਣੀ ਪੁੱਤਰੀ ਖਲੋਤੀ ਹੈ, ਨਾਮ ਹੈ ਅੰਜਲੀ ਦੇਵੀ। ਅੰਜਲੀ ਨੂੰ ਜਾ ਕੇ ਪੁੱਛਿਆ ਰਿਸ਼ੀ ਨੇ, ਤੂੰ ਪਹਿਰੇ ਤੇ ਖਲੋਤੀ ਹੈ, ਅੰਦਰ ਕੌਣ ਹੈ? ਉਸਨੇ ਕਹਿ ਦਿੱਤਾ, ਮੰਜਾਰ। ਮੰਜਾਰ ਤੇ ਗੁਰਮੁਖੋ ਬਿੱਲੇ ਨੂੰ ਵੀ ਕਹਿ ਦਿੰਦੇ। ਮੰਜਾਰ ਤੋਂ ਭਾਵ ਮਾਂ ਦਾ ਯਾਰ, ਇਹ ਵੀ ਬਚਨ ਹੋ ਗਿਆ ਨਾਲ। ਉਸ ਵੇਲੇ ਰਿਸ਼ੀ ਨੇ ਜਾਣਿਆ ਵੀ ਇਹ ਲੜਕੀ ਵੀ ਮੇਰੀ ਪਾਪ ਦੇ ਵਿੱਚ ਸ਼ਾਮਲ ਹੈ। ਲੜਕੀ ਨੂੰ ਵੀ ਸ਼ਰਾਪ ਦਿੱਤਾ ਵੀ ਤੂੰ ਬਿਨਾਂ ਵਿਆਹ ਕਰਾਉਣ ਤੋਂ ਹੀ ਪੁੱਤਰ ਨੂੰ ਜਨਮ ਦੇਵੇਂਗੀ, ਤੇ ਆਪਣੀ ਘਰਵਾਲੀ ਨੂੰ ਸ਼ਰਾਪ ਦੇ ਦਿੱਤਾ, ਤੂੰ ਪੱਥਰ ਬਣ ਜਾ। ਐਸਾ ਕਰਮ, ਪਾਪ ਕਰਮ ਕੀਤਾ ਹੈ, ਤੈਨੂੰ ਪੱਥਰ ਬਣਨਾ ਪਵੇ, ਤੂੰ ਪੱਥਰ ਦੀ ਸਿਲ ਬਣ ਜਾਵੇਂ। ਫਿਰ ਜਦੋਂ ਐਸੇ ਸ਼ਰਾਪ ਗੁੱਸੇ ਵਿੱਚ ਆ ਕੇ ਦਿੱਤੇ, ਤੇ ਫਿਰ ਰਿਸ਼ੀ ਦੀ ਘਰਵਾਲੀ ਅਹਲਿਆ ਨੇ ਫਿਰ ਹੱਥ ਜੋੜ ਕੇ ਆਖਿਆ, ਜੀ ਆਪ ਜੀ ਮੇਰੀ ਗਲਤੀ ਨੂੰ, ਪਾਪ ਨੂੰ ਮਾਫ ਕਰਕੇ ਮੈਨੂੰ ਬਖਸ਼ੋ, ਮੈਨੂੰ ਮੁਕਤੀ ਦਿਵਾਓ ਇਸ ਸ਼ਰਾਪ ਤੋਂ। ਮੇਰੀ ਮੁਕਤੀ ਕਦੋਂ ਹੋਵੇਗੀ?
ਫਿਰ ਗੌਤਮ ਰਿਸ਼ੀ ਜੀ ਕਹਿਣ ਲੱਗੇ ਵੀ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਜੀ ਆਉਣਗੇ, ਉਹਨਾਂ ਦੇ ਪਵਿੱਤਰ ਚਰਨ ਤੇਰੇ ਨਾਲ ਆ ਕੇ ਜਦੋਂ ਲੱਗਣਗੇ ਤਾਂ ਉਦੋਂ ਇਸ ਸ਼ਰਾਪ ਤੋਂ ਤੁਸੀਂ ਮੁਕਤ ਹੋਵੋਗੇ। ਇਹ ਬਚਨ ਸੁਣਿਆ ਤੇ ਅਹਲਿਆ ਦੇਵੀ ਨੇ ਉਸ ਵੇਲੇ ਰਿਸ਼ੀ ਗੌਤਮ ਦੇ ਚਰਨ ਪਕੜ ਕੇ ਆਖਿਆ, ਕਹਿਣ ਲੱਗੇ ਜੀ ਅਜੇ ਤੇ ਸਤਯੁਗ ਚੱਲਦਾ ਪਿਆ, ਫਿਰ ਦੁਆਪਰ ਯੁੱਗ ਆਵੇਗਾ, ਫਿਰ ਤ੍ਰੇਤਾ ਯੁੱਗ ਆਵੇਗਾ, ਬੜਾ ਲੰਮਾ ਸਮਾਂ ਹੈ, ਆਪ ਜੀ ਕਿਰਪਾ ਕਰੋ ਸਮੇਂ ਨੂੰ ਘਟਾ ਦਿਓ। ਤੇ ਫਿਰ ਗੌਤਮ ਰਿਸ਼ੀ ਨੇ ਬਚਨ ਕੀਤਾ, ਕਹਿਣ ਲੱਗੇ ਨਹੀਂ ਦੁਆਪਰ ਪਹਿਲਾਂ ਨਹੀਂ ਆਉਣ ਦੇਵਾਂਗੇ, ਪਹਿਲਾਂ ਤ੍ਰੇਤਾ ਹੀ ਲੈ ਕੇ ਆਵਾਂਗੇ, ਦੁਆਪਰ ਨੂੰ ਦੂਜਾ ਨੰਬਰ ਦੇ ਦਿਆਂਗੇ। ਸੋ ਐਸੇ ਜਿਹੜੇ ਬਚਨ ਨੇ, ਸਾਖੀਆਂ ਨੇ, ਉਹ ਵੱਖ-ਵੱਖ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਵੀ ਇਸ ਤਰੀਕੇ ਦਾ ਜਿਹੜਾ ਪਾਪ ਕੀਤਾ ਨਾ, ਉਹ ਪਾਪ ਕਰਮ ਕਰਨ ਕਰਕੇ ਚੰਦਰਮਾ ਦੇ ਮੱਥੇ ਦੇ ਉੱਪਰ ਕਹਿਣ ਲੱਗੇ ਕਲੰਕ ਦਾ ਦਾਗ ਲੱਗ ਗਿਆ, ਕਲੰਕੀ ਹੋ ਗਿਆ। ਇਹ ਕੀਤੇ ਕਰਮਾਂ ਦਾ ਫਲ ਹੈ, ਇਹ ਕੀਤੇ ਕਰਮਾਂ ਦੀ ਸਜ਼ਾ ਹੈ। ਹੁਣ ਕਰਮ ਤੇ ਕੀਤਾ, ਉਹਦਾ ਫਲ ਵੀ ਭੋਗਣਾ ਪਵੇਗਾ। ਇਹਦੇ ਵਿੱਚ ਸਾਖੀ ਇੱਕ ਹੋਰ ਵੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਬ੍ਰਹਿਸਪਤ ਜਿਹੜਾ ਹੈ ਨਾ, ਉਹ ਦੇਵਤਿਆਂ ਦਾ ਗੁਰੂ ਹੈ। ਇਤਿਹਾਸਕਾਰਾਂ ਨੇ ਬਚਨ ਲਿਖੇ ਨੇ ਗ੍ਰੰਥਾਂ ਦੇ ਵਿੱਚ, ਬ੍ਰਹਿਸਪਤੀ ਜੋ ਹਨ ਉਹ ਦੇਵਤਿਆਂ ਦੇ ਗੁਰੂ ਨੇ, ਤੇ ਸਾਰੇ ਦੇਵਤੇ ਉਹਨਾਂ ਕੋਲ ਬੈਠ ਕੇ ਵਿਦਿਆ ਪੜ੍ਹਦੇ ਸਨ, ਵਿਦਿਆਰਥੀ ਬਣ ਕੇ। ਜਿਹੜਾ ਚੰਦਰਮਾ ਹੈ ਇਹ ਵੀ ਵਿਦਿਆ ਪੜ੍ਹਦਾ, ਇਹ ਵੀ ਵਿਦਿਆਰਥੀ ਹੈ, ਪਰ ਰੰਗ ਰੂਪ ਦਾ ਬੜਾ ਹੀ ਸੋਹਣਾ ਸੁਨੱਖਾ ਹੈ। ਜਦੋਂ ਵਿਦਿਆਰਥੀਆਂ ਨੇ ਪੜ੍ਹਦੇ ਹੋਣਾ, ਇਹਨੇ ਨਾਲ ਨਾਲ ਪੜ੍ਹਨਾ ਤੇ ਨਾਲ ਨਾਲ ਇਹਨੇ ਸੇਵਾ ਕਰਨੀ, ਨਾਲ ਨਾਲ ਕੰਮ ਵੀ ਕਰੀ ਜਾਣੇ ਸਾਰਿਆਂ ਦੇ। ਤੇ ਬ੍ਰਹਿਸਪਤੀ ਦੀ ਜਿਹੜੀ ਘਰਵਾਲੀ ਹੈ, ਇਸਤਰੀ ਹੈ, ਉਹਦਾ ਨਾਮ ਤਾਰਾ ਹੈ। ਤੇ ਕਹਿਣ ਲੱਗੇ ਘਰ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਉਸ ਵੇਲੇ ਇਹ ਜਿਹੜੀ ਬ੍ਰਹਿਸਪਤੀ ਦੀ ਇਸਤਰੀ ਤਾਰਾ ਹੈ ਅਤੇ ਜਿਹੜਾ ਚੰਦਰਮਾ ਹੈ, ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਮੋਹ ਪੈ ਗਿਆ। ਮੋਹ ਪੈਣ ਦੇ ਨਾਲ ਇਹਨਾਂ ਦੀ ਸੰਤਾਨ ਅੱਗੇ ਪੈਦਾ ਹੋਈ, ਲੜਕਾ ਪੈਦਾ ਹੋਇਆ, ਨਾਮ ਬੁੱਧ ਰੱਖ ਦਿੱਤਾ। ਇੱਕ ਦਿਨ ਚੰਦਰਮਾ ਆਪਣੇ ਬੱਚੇ ਨੂੰ, ਪੁੱਤਰ ਨੂੰ ਖਿਡਾਉਂਦਾ ਪਿਆ, ਆਪਣਾ ਪੁੱਤਰ ਜਾਣ ਕੇ। ਉਸ ਵੇਲੇ ਬ੍ਰਹਿਸਪਤੀ ਜੀ ਨੇ ਆ ਕੇ ਕਹਿ ਦਿੱਤਾ, ਕਹਿਣ ਲੱਗੇ ਵੀ ਤੂੰ ਇਸ ਬੱਚੇ ਦੇ ਖਿਆਲੇ ਲੱਗਾ ਰਹਿੰਦਾ, ਵਿਦਿਆ ਪੜ੍ਹਿਆ ਕਰ ਬਾਕੀਆਂ ਦੇ ਵਾਂਗ, ਤੂੰ ਜ਼ਿਆਦਾ ਇਸ ਬੱਚੇ ਦਾ ਮੋਹ ਕਿਉਂ ਕਰਦਾ ਹੈ? ਉਸ ਵੇਲੇ ਚੰਦਰਮਾ ਨੇ ਦੱਸ ਦਿੱਤਾ, ਕਹਿਣ ਲੱਗੇ ਜੀ ਇਹ ਤੁਹਾਡਾ ਬੱਚਾ ਨਹੀਂ, ਇਹ ਬੱਚਾ ਤੇ ਮੇਰਾ ਹੈ। ਜਦੋਂ ਇਹ ਬਚਨ ਸੁਣਿਆ ਗੁਰੂ ਨੇ, ਬ੍ਰਹਿਸਪਤੀ ਨੇ, ਬੜਾ ਗੁੱਸਾ ਆਇਆ ਵੀ ਤੂੰ ਨਾਲੇ ਵਿਦਿਆ ਪੜ੍ਹਨ ਆਇਆ, ਨਾਲੇ ਕੁਕਰਮ ਕੀਤਾ, ਤੈਨੂੰ ਅਸੀਂ ਸ਼ਰਾਪ ਦਿੰਦੇ ਹਾਂ, ਤੂੰ ਸਾਰੀ ਉਮਰ ਇੱਕੋ ਜਿਹਾ ਨਹੀਂ ਰਵੇਂਗਾ, ਵੱਧਦਾ ਹੀ ਘਟਦਾ ਰਵੇਂਗਾ, ਤੇਰਾ ਤੇਜ ਪ੍ਰਤਾਪ ਵੱਧਦਾ ਘਟਦਾ ਰਹੇਗਾ, ਇੱਕੋ ਜਿਹਾ ਨਹੀਂ ਰਵੇਂਗਾ। ਐਸਾ ਸ਼ਰਾਪ, ਇਹੋ ਜਿਹਾ ਕਲੰਕ ਜਿਹੜਾ ਨਾ ਉਹ ਲਵਾਇਆ। ਤੇ ਆਪਾਂ ਦੇਖਦੇ ਹਾਂ ਮੱਸਿਆ ਤੋਂ ਬਾਅਦ ਵਿੱਚ ਚੰਦਰਮਾ ਵੱਧਦਾ ਜਾਂਦਾ ਹੈ ਤੇ ਪੁੰਨਿਆ ਤੋਂ ਬਾਅਦ ਵਿੱਚ ਘਟਦਾ ਆਉਂਦਾ ਹੈ। ਇਹ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਪਿਆ। ਜਦੋਂ ਕਰਮ ਜਿਹੋ ਜਿਹੇ ਕੀਤੇ, ਦੋਵਾਂ ਥਾਵਾਂ ਤੋਂ ਸ਼ਰਾਪ ਲੈ ਲਿਆ। ਆਪਣੇ ਗੁਰੂ ਬ੍ਰਹਿਸਪਤੀ ਤੋਂ ਸ਼ਰਾਪ ਇਹ ਲੈ ਲਿਆ ਵੀ ਤੂੰ ਵੱਧਦਾ ਘਟਦਾ ਰਹੋ, ਅਤੇ ਗੌਤਮ ਰਿਸ਼ੀ ਤੋਂ ਸ਼ਰਾਪ ਇਹ ਲੈ ਲਿਆ ਵੀ ਤੂੰ ਕਲੰਕੀ ਹੈ, ਇਹ ਕਲੰਕ ਧੋਤਾ ਨਹੀਂ ਜਾਏਗਾ, ਜਿਹੜਾ ਤੇਰੇ ਮੱਥੇ ਲੱਗੇਗਾ ਉਹ ਵੀ ਕਲੰਕੀ ਹੋ ਜਾਏਗਾ। ਐਸੇ ਕਰਮ ਜਿਹੜੇ ਨੇ ਉਹ ਚੰਦਰਮਾ ਨੇ ਕੀਤੇ ਨੇ। ਮਹਾਰਾਜ ਕਹਿਣ ਲੱਗੇ ਜਦੋਂ ਐਸੇ ਕਰਮ ਕੀਤੇ ਨਾ, ਤੇ ਉਹਨਾਂ ਕਰਮਾਂ ਨੂੰ ਹੁਣ ਬਖਸ਼ਾਉਣ ਵਾਸਤੇ, ਮਾਫੀ ਮੰਗਣ ਵਾਸਤੇ ਫਿਰ ਬੜੇ ਯਤਨ ਕੀਤੇ। ਚੰਦਰਮਾ ਨੇ ਮੇਰੇ ਕਲੰਕ ਧੋਤੇ ਜਾਣ। ਉਹ ਮਹਾਰਾਜ ਨੇ ਬਚਨ ਲਿਖਿਆ ਹੈ, ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ। ਕਹਿਣ ਲੱਗੇ ਫਿਰ ਜਾ ਕੇ ਨਾ ਪਰਬਤ ਦੇ ਉੱਪਰ, ਹਿਮਾਲਿਆ ਪਰਬਤ ਦੇ ਉੱਪਰ ਚੰਦਰਮਾ ਨੇ ਬੜਾ ਲੰਮਾ ਤਪ ਕੀਤਾ। ਤਪ ਕਰਦਿਆਂ ਕਰਦਿਆਂ ਕਈ ਵਰ੍ਹੇ ਲੰਘ ਗਏ। ਬੜੀ ਕਠਿਨ ਤਪੱਸਿਆ ਵੇਖ ਕੇ ਸ਼ਿਵ ਜੀ ਖੁਸ਼ ਹੋ ਗਏ। ਚੰਦਰਮਾ ਦੇ ਕੋਲ ਚਲੇ ਗਏ, ਕਹਿਣ ਲੱਗੇ ਵਰ ਮੰਗ ਕੀ ਚਾਹੀਦਾ, ਤੇਰੀ ਤਪੱਸਿਆ ਤੇ ਮੈਂ ਖੁਸ਼ ਹੋ ਗਿਆ, ਜੋ ਮੰਗੇਗਾ ਉਹ ਮਿਲੇਗਾ। ਭਾਰੀ ਤਪੱਸਿਆ ਨੂੰ ਵੇਖ ਕੇ ਖੁਸ਼ ਹੋਇਆ ਜਦੋਂ ਜਾਣਿਆ ਸ਼ਿਵ ਜੀ ਨੂੰ
ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਸ਼ਿਵਜੀ ਦੇਵਤਾ ਨੂੰ ਮੁਕਤੀ ਨੂੰ ਵੰਡਣ ਵਾਲਾ ਹੈ। ਮੁਕਤੀ ਦਾ ਲੰਗਰ ਲੱਗਾ ਹੋਇਆ ਨਾ ਕਾਸ਼ੀ ਦੇ ਵਿੱਚ, ਜਿਹੜਾ ਕਾਸ਼ੀ 'ਚ ਮਰੇਗਾ ਉਹ ਮੁਕਤ ਹੋਵੇਗਾ। ਮੁਕਤੀ ਦੇਣ ਵਾਲਾ ਸ਼ਿਵਜੀ ਹੈ, ਤੇ ਉਹਦੀ ਅਰਾਧਨਾ ਕੀਤੀ ਵੀ ਮੈਂ ਇਹਦੇ ਕੋਲੋਂ ਵਰ ਲੈ ਕੇ ਆਪਣੇ ਕਲੰਕਾਂ ਤੋਂ ਮੁਕਤ ਹੋ ਜਾਵਾਂ। ਜਦੋਂ ਸ਼ਿਵਜੀ ਨੇ ਆਖਿਆ ਨਾ ਵਰ ਮੰਗ ਕੀ ਚਾਹੀਦਾ, ਕਹਿਣ ਲੱਗਾ ਵਰ ਮੈਨੂੰ ਇਹ ਮਿਲੇ, ਮੇਰੇ ਜਿਹੜੇ ਕਲੰਕ ਲੱਗੇ ਹੋਏ ਨੇ ਉਹ ਧੋਤੇ ਜਾਣ, ਮੁੱਕ ਜਾਣ, ਕਲੰਕ ਨਾ ਰਹਿ ਜਾਣ। ਜਿਹੜੇ ਮੈਂ ਪਾਪ ਕਰ ਬੈਠਾ ਮੈਂ ਉਹਦਾ ਪਛਚਾਤਾਪ ਕਰਦਾ ਪਿਆ। ਇਹ ਬਚਨ ਸੁਣ ਕੇ ਸ਼ੰਕਰ ਕਹਿਣ ਲੱਗੇ, ਸ਼ਿਵਜੀ ਕਹਿਣ ਲੱਗੇ ਨਹੀਂ ਚੰਦਰਮਾ, ਇਹ ਪਾਪ ਤੇਰਾ ਧੁਗਣਾ ਨਹੀਂ, ਇਹ ਭੋਗਣਾ ਪਵੇਗਾ। ਇਹ ਕਰਮ ਅਮਿਟ ਹੈ, ਇਹ ਮਿਟਿਆ ਨਹੀਂ ਜਾ ਸਕਦਾ। ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾ। ਜਿਹੜਾ ਲੇਖ ਕਰਮ ਬਣ ਜਾਂਦਾ ਉਹ ਕਰਮ ਨੂੰ ਮਿਟਣਾ ਬੜਾ ਔਖਾ ਹੈ। ਤਾਂ ਹੀ ਮਹਾਰਾਜ ਨੇ ਆਖਿਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹੋ ਜਿਹਾ ਪਾਪ ਕਰਮ ਨਾ ਕਰ ਜਿਹਦੇ ਕਰਕੇ ਫਿਰ ਪਛਤਾਉਣਾ ਪਵੇ, ਪਰ ਪਛਤਾ ਕੇ ਵੀ ਤੂੰ ਉਸ ਪਾਪ ਤੋਂ ਮੁਕਤ ਨਾ ਹੋ ਸਕੇ। ਵਰ ਮੰਗਿਆ ਲੰਮਾ ਸਮਾਂ ਤਾਪ ਕਰਕੇ, ਮੈਨੂੰ ਵਰ ਦੇ ਦਿਓ ਮੈਂ ਕਲੰਕ ਤੋਂ ਮੁਕਤ ਹੋ ਜਾਵਾਂ, ਜਿਹੜੇ ਦਾਗ ਲੱਗੇ ਨੇ ਮੇਰੇ ਧੋਤੇ ਜਾਣ। ਭਗਵਾਨ ਸ਼ਿਵ ਜੀ ਨੇ ਆਖਿਆ, ਕਹਿਣ ਲੱਗੇ ਨਹੀਂ, ਇਹ ਤੇਰੇ ਪਾਪ ਧੋਣਗੇ ਨਹੀਂ, ਇਹ ਕਲੰਕ ਮਿਟੇਗਾ ਨਹੀਂ, ਇਹ ਤੇ ਭੋਗਣਾ ਪਵੇਗਾ, ਇਹ ਕਰਮ ਕੋਟੀ ਹੈ। ਹੋਰ ਕੋਈ ਵਰ ਮੰਗ ਵੀ, ਹੋਰ ਕੀ ਚਾਹੀਦਾ। ਤੇ ਫਿਰ ਇਸਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਜੇ ਤੁਸੀਂ ਮੈਨੂੰ ਕਲੰਕ ਤੋਂ ਮੁਕਤ ਨਹੀਂ ਨਾ ਕਰ ਸਕਦੇ, ਫਿਰ ਮੈਨੂੰ ਆਪਣੇ ਮੱਥੇ ਦੇ ਉੱਪਰ ਜਗ੍ਹਾ ਦੇ ਦਿਓ, ਮੈਂ ਤੁਹਾਡੇ ਮਸਤਕ ਦੇ ਉੱਪਰ ਰਹਿਣਾ ਚਾਹੁੰਦਾ ਹਾਂ। ਹੁਣ ਇਹਦੀ ਵਿਚਾਰ ਇਹ ਹੈ ਵੀ ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚ ਗੰਗਾ ਪੈਂਦੀ ਹੈ, ਗੰਗਾ ਦਾ ਪਾਣੀ ਪਵਿੱਤਰ ਹੈ। ਜਦੋਂ ਮੈਂ ਜਟਾਵਾਂ ਦੇ ਵਿੱਚ ਮੈਂ ਰਵਾਂਗਾ, ਉਹ ਗੰਗਾ ਮੇਰੇ 'ਚ ਪਵੇਗੀ, ਮੇਰੇ ਪਾਪ ਧੋਤੇ ਜਾਣਗੇ ਤੇ ਮੈਂ ਕਲੰਕ ਤੋਂ ਮੁਕਤ ਹੋ ਜਾਵਾਂਗਾ। ਆਪਣੇ ਆਪ ਨੂੰ ਮੁਕਤ ਕਰਨ ਵਾਸਤੇ, ਕਲੰਕ ਤੋਂ ਰਹਿਤ ਹੋਣ ਵਾਸਤੇ ਫਿਰ ਦੂਜਾ ਬਚਨ ਇਹ ਕੀਤਾ, ਜੇ ਤੁਸੀਂ ਮੇਰਾ ਕਲੰਕ ਨਹੀਂ ਮਿਟ ਸਕਦੇ, ਮੈਨੂੰ ਆਪਣੇ ਮਸਤਕ ਦੇ ਵਿੱਚ ਰਹਿਣ ਦਾ, ਮੱਥੇ ਵਿੱਚ ਰਹਿਣ ਦਾ ਇਹ ਵਰ ਦੇ ਦਿਓ, ਮੈਂ ਇੱਥੇ ਰਹਿੰਦਾ ਰਵਾਂ। ਉਸ ਵੇਲੇ ਭਗਵਾਨ ਸ਼ਿਵ ਜੀ ਕਹਿਣ ਲੱਗੇ, ਕਹਿੰਦੇ ਠੀਕ ਹੈ, ਇਹ ਬਚਨ ਅਸੀਂ ਤੇਰਾ ਮੰਨ ਲੈਂਦੇ ਹਾਂ, ਕਿਉਂਕਿ ਤੂੰ ਭਗਤੀ ਬੜੀ ਕੀਤੀ ਹੈ ਤੇ ਉਹ ਭਗਤੀ ਕਰਕੇ ਅਸੀਂ ਇਹ ਬਚਨ ਮੰਨ ਲੈਂਦੇ। ਪਰ ਇੱਕ ਬਚਨ ਚੇਤੇ ਰੱਖ, ਸਾਡੇ ਮਸਤਕ ਦੇ ਉੱਪਰ ਜੇ ਤੂੰ ਰਹਿਣਾ ਹੈ ਤੇ ਦੂਜ ਦਾ ਚੰਦਰਮਾ ਬਣ ਕੇ ਰਹਿਣਾ, ਤੀਜ ਦਾ ਜਾਂ ਚੌਥ ਦਾ ਨਹੀਂ ਬਣਨਾ। ਕਲੰਕੀ ਚੰਦਰਮਾ ਨੂੰ ਅਸੀਂ ਆਪਣੇ ਮੱਥੇ ਤੇ ਨਹੀਂ ਬਿਠਾਵਾਂਗੇ। ਅੱਜ ਵੀ ਜਦੋਂ ਕੋਈ ਹਿੰਦੂ ਮਤ ਦੇ ਨਾਟਕ ਵਿਖਾਏ ਜਾਂਦੇ ਨਾ, ਤੇ ਸ਼ਿਵ ਜੀ ਦੇ ਮੱਥੇ ਦੇ ਉੱਪਰ ਚੰਦਰਮਾ ਦਿਖਾਇਆ ਜਾਂਦਾ, ਉਸ ਨੂੰ ਦੂਜ ਦਾ ਚੰਦਰਮਾ ਕਹਿੰਦੇ ਨੇ। ਲੋਕੀ ਦੂਜ ਦੇ ਚੰਦਰਮਾ ਨੂੰ ਨਮਸਕਾਰ ਵੀ ਕਰਦੇ ਨੇ। ਸ਼ਿਵ ਜੀ ਭਗਵਾਨ ਦਾ ਬਚਨ ਇਹ ਹੈ ਵੀ ਜੇ ਤੂੰ ਮੇਰੇ ਮਸਤਕ ਤੇ ਰਹਿਣਾ ਤੇ ਦੂਜ ਦਾ ਚੰਦਰਮਾ ਬਣ ਕੇ ਰਹੋ। ਕਹਿਣ ਲੱਗੇ ਹੁਣ ਚੰਦਰਮਾ ਬਣ ਕੇ ਜਟਾਵਾਂ ਦੇ ਵਿੱਚ ਰਹਿੰਦਾ, ਗੰਗਾ ਦੇ ਵਿੱਚ ਰੋਜ਼ ਇਸ਼ਨਾਨ ਕਰਦਾ, ਰੋਜ਼ ਗੰਗਾ ਦਾ ਪਾਣੀ ਆ ਕੇ ਇਹਦੇ ਉੱਪਰ ਪੈਂਦਾ। ਹਿੰਦੂ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਵੀ ਗੰਗਾ ਦਾ ਜਿਹਨੇ ਦਰਸ਼ਨ ਕਰ ਲਿਆ ਨਾ, ਦਰਸ਼ਨ ਕਰਨ ਵਾਲਾ 100 ਜਨਮਾਂ ਦੇ ਪਾਪ ਚੋਂ ਮੁਕਤ ਹੋ ਜਾਂਦਾ। ਇਹ ਹਿੰਦੂ ਧਾਰਮਿਕ ਗ੍ਰੰਥ ਕਹਿੰਦੇ ਨੇ, ਇਹ ਬਚਨ 100 ਕਰਮ ਦਾ ਪਾਪ ਨਸ਼ਟ ਹੋ ਜਾਂਦਾ ਦਰਸ਼ਨ ਕਰਕੇ। ਜਿਹਨੇ ਉਹ ਪਾਣੀ ਪੀ ਲਿਆ ਗੰਗਾ ਦਾ ਜਲ, ਉਹਦੇ 200 ਜਨਮ ਦੇ ਪਾਪ ਖਤਮ ਹੁੰਦੇ। ਜਿਹਨੇ ਗੰਗਾ ਵਿੱਚ ਇਸ਼ਨਾਨ ਕਰ ਲਿਆ, ਉਹਦੇ 1000 ਕਰਮ ਦੇ ਪਾਪ ਜਿਹੜੇ ਉਹ ਨਾਸ ਹੋ ਜਾਂਦੇ, ਛੁਟਕਾਰਾ ਮਿਲ ਜਾਂਦਾ। ਕਹਿਣ ਲੱਗੇ ਹੁਣ ਗੰਗਾ ਵਿੱਚ ਇਸ਼ਨਾਨ ਤੇ ਰੋਜ਼ ਕਰਦਾ, ਜਟਾਵਾਂ ਦੇ ਵਿੱਚ ਬੈਠ ਗਿਆ, ਸਿੱਧੀ ਧਾਰਾ ਆ ਕੇ ਇਹਦੇ ਉੱਪਰ ਪੈਂਦੀ ਹੈ। ਐਸਾ ਅਨਿੰਨ ਭਗਤ ਜਾਣ ਕੇ ਗੰਗਾ ਨੂੰ ਤਰਸ ਆ ਗਿਆ ਇਹਦੇ ਉੱਪਰ। ਤੇ ਇੱਕ ਦਿਨ ਗੰਗਾ ਨੇ ਕਹਿ ਦਿੱਤਾ, ਕਹਿਣ ਲੱਗੀ ਮੰਗ ਚੰਦਰਮਾ ਕੀ ਵਰ ਚਾਹੀਦਾ, ਤੇਰੀ ਬੜੀ ਪ੍ਰੇਮਾ ਭਗਤੀ ਹੈ, ਤੂੰ ਹਰ ਵੇਲੇ ਇਸ਼ਨਾਨ ਦੇ ਵਿੱਚ ਰਹਿੰਦਾ, ਹਰ ਵੇਲੇ ਗੰਗਾ ਦੀ ਧਾਰਾ ਦੇ ਵਿੱਚ ਰਹਿੰਦਾ, ਤੇਰੀ ਪ੍ਰੇਮਾ ਭਗਤੀ ਤੋਂ ਬੜੇ ਖੁਸ਼ ਹੋਏ, ਮੰਗੋ ਕੀ ਚਾਹੀਦਾ। ਉਸ ਵੇਲੇ ਚੰਦਰਮਾ ਨੇ ਮੰਗਿਆ, ਕਹਿਣ ਲੱਗਾ ਜੀ ਮੈਨੂੰ ਚਾਹੀਦਾ ਤੇ ਇਹ ਹੈ ਕਿ ਜਿਹੜੇ ਮੈਂ ਪਾਪ ਕਰਮ ਕੀਤੇ ਨੇ ਉਹ ਸਾਰੇ ਧੋਤੇ ਜਾਣ, ਪਾਪ ਕਰਮ ਦਾ ਫਲ ਨਾ ਭੋਗਣਾ ਪਵੇ,
ਇਹ ਜਿਹੜਾ ਮੈਂ ਵਾਧਾ ਘਟਦਾ ਰਹਿੰਦਾ, ਜਾਂ ਜਿਹੜੇ ਮੇਰੇ ਵਿੱਚ ਦਾਗ ਨੇ, ਦਾਗ ਸਾਰੇ ਧੋਤੇ ਜਾਣ, ਇਹ ਮੈਨੂੰ ਵਰ ਦੇ ਦਿਓ। ਤੇ ਉਸ ਵੇਲੇ ਜਦੋਂ ਇਹ ਵਰ ਮੰਗਿਆ ਤੇ ਗੰਗਾ ਨੇ ਆਖਿਆ, ਕਹਿਣ ਲੱਗੇ ਵੀ ਨਹੀਂ, ਇਹ ਵਰ ਨਹੀਂ ਮਿਲ ਸਕਦਾ, ਕਿਉਂਕਿ ਇਹ ਪਾਪ ਕਰਮ ਤੈਨੂੰ ਭੋਗਣਾ ਪੈਣਾ ਹੈ, ਇਹ ਭੋਗੇ ਬਿਨਾਂ ਨਹੀਂ ਟਲੇਗਾ। ਇਸ ਕਰਕੇ ਇਹ ਤੇ ਤੈਨੂੰ ਮੰਨਣਾ ਹੀ ਪਵੇਗਾ। ਇਹਦੇ ਤੋਂ ਛੁੱਟ ਕੋਈ ਹੋਰ ਵਰ ਚਾਹੀਦਾ, ਉਹ ਤੂੰ ਦੱਸ, ਤੈਨੂੰ ਉਹ ਤੇ ਮਿਲ ਜਾਏਗਾ, ਪਰ ਜਿਹੜਾ ਵਰ ਤੂੰ ਮੰਗਿਆ ਇਹ ਨਹੀਂ ਮਿਲ ਸਕਦਾ। ਮਹਾਰਾਜ ਕਹਿਣ ਲੱਗੇ, ਸੰਕਰਾ ਮਸਤਕ ਬਸਤਾ ਸੁਰ ਸਰੀ ਇਸ਼ਨਾਨ ਰੇ। ਲੰਮੀ ਭਗਤੀ ਕਰਕੇ ਵਰ ਲੈ ਲਿਆ ਮੈਂ ਸ਼ਿਵ ਜੀ ਤੇ ਮੱਥੇ ਤੇ ਰਵਾਂ। ਸ਼ੰਕਰਾ ਮਸਤਕ ਬਸਤਾ, ਸ਼ੰਕਰਾ ਤੋਂ ਭਾਵ ਸ਼ੰਕਰ ਸ਼ਿਵ ਜੀ, ਤੇ ਮਸਤਕ ਤੋਂ ਭਾਵ ਮੱਥਾ। ਕਹਿਣ ਲੱਗੇ ਸ਼ਿਵ ਜੀ ਦੇ ਮੱਥੇ ਦੇ ਉੱਪਰ ਬਸਤਾ ਰਹਿਣ ਲੱਗ ਪਿਆ। ਇੰਨਾ ਲੰਬਾ ਸਮਾਂ ਤਪ ਕਰਕੇ ਵਰ ਲੈ ਲਿਆ, ਤੇਰੇ ਮੱਥੇ ਵਿੱਚ ਮੈਂ ਰਵਾਂ। ਐਡਾ ਵੱਡਾ ਦੇਵਤਾ ਜਿਹੜਾ ਦੁਨੀਆ ਨੂੰ ਮੁਕਤੀ ਦਿੰਦਾ ਹੈ, ਪਰ ਕਹਿਣ ਲੱਗੇ ਇਹ ਵਰ ਲੈਣ ਦੇ ਬਾਵਜੂਦ ਵੀ ਗੁਰਮੁਖੋ ਆਪਣੇ ਪਾਪ ਤੋਂ ਚੰਦਰਮਾ ਮੁਕਤ ਨਹੀਂ ਹੋਇਆ। ਉਹਨੂੰ ਕਲੰਕੀ ਹੀ ਦੁਨੀਆ ਨੇ ਗਿਣਿਆ, ਅੱਜ ਵੀ ਉਹ ਵਾਧਾ ਘਟਦਾ ਹੈ। ਇੱਥੇ ਹੀ ਬਸ ਨਹੀਂ, ਸੁਰ ਸਰੀ ਇਸ਼ਨਾਨ ਰੇ। ਗੰਗਾ ਦੇ ਵਿੱਚ ਲੋਕ ਆਖਦੇ ਇਸ਼ਨਾਨ ਕਰੀਏ ਤੇ ਪਾਪ ਕੱਟੇ ਜਾਂਦੇ, ਮਿਟ ਜਾਂਦੇ, ਪਵਿੱਤਰ ਹੋ ਜਾਈਦਾ। ਪਰ ਇਹ ਚੰਦਰਮਾ ਤੇ ਰੋਜ਼ ਹੀ ਇਸ਼ਨਾਨ ਕਰਦਾ, ਉਹਦੀ ਧਾਰਾ ਗੰਗਾ ਦੀ ਸਿਰ ਵਿੱਚ ਰੋਜ਼ ਪੈਂਦੀ ਆ ਕੇ, ਜਟਾਵਾਂ ਦੇ ਵਿੱਚ ਰੋਜ਼ ਇਹਦਾ ਇਸ਼ਨਾਨ ਹੁੰਦਾ, ਹਰ ਵੇਲੇ 24 ਘੰਟੇ ਇਸ਼ਨਾਨ ਹੁੰਦਾ ਹੈ। ਪਰ ਕਹਿਣ ਲੱਗੇ ਇੰਨੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਬਾਵਜੂਦ ਵੀ ਕਰਮ ਨਹੀਂ ਧੋਤਾ ਗਿਆ, ਪਾਪ ਨਹੀਂ ਧੋਤਾ ਗਿਆ, ਉਹਦਾ ਫਲ ਉਵੇਂ ਹੀ ਮਿਲਦਾ ਪਿਆ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਿਹੜੇ ਬਚਨ ਕੀਤੇ ਨਾ, ਉਹ ਬਚਨ ਬੜੇ ਡੂੰਘੇ ਨੇ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈ। ਹੁਣ ਵਿਚਾਰਾ ਤਪ ਵੀ ਕਰਦਾ ਪਿਆ, ਮੱਥੇ ਤੇ ਵੀ ਬੈਠ ਗਿਆ ਸ਼ਿਵ ਜੀ ਤੇ, ਗੰਗਾ ਵਿੱਚ ਇਸ਼ਨਾਨ ਵੀ ਕਰ ਲਿਆ, ਪਰ ਕਹਿਣ ਲੱਗੇ ਸਭ ਕੁਝ ਕਰਨ ਤੋਂ ਮਗਰੋਂ ਵੀ ਇਹਦਾ ਕਲੰਕ ਨਹੀਂ ਧੋਤਾ ਗਿਆ। ਇੱਥੇ ਹੀ ਬਸ ਨਹੀਂ, ਮਹਾਰਾਜ ਹੋਰ ਬਖਸ਼ਿਸ਼ ਕਰਦੇ ਹਨ। ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ। ਜਦੋਂ ਗੰਗਾ ਦੀ ਭਗਤੀ ਕੀਤੀ ਨਾ ਵਰ ਮੰਗਣ ਵਾਸਤੇ, ਕਲੰਕ ਨਹੀਂ ਧੋਤਾ ਗਿਆ, ਤੇ ਗੰਗਾ ਨੇ ਆਖਿਆ ਵੀ ਹੋਰ ਕੁਝ ਮੰਗ। ਕਹਿਣ ਲੱਗਾ ਜੀ ਹੋਰ ਦੇਣਾ ਤੇ ਫਿਰ ਮੈਨੂੰ ਇਹ ਵਰ ਦੇ ਦਿਓ ਵੀ ਮੈਂ ਵਿਸ਼ਨੂੰ ਭਗਵਾਨ ਦਾ ਅਨਿੰਨ ਸੇਵਕ ਬਣ ਜਾਵਾਂ, ਭਗਤੀ ਕਰਨ ਵਾਲਾ ਅਨਿੰਨ ਭਗਤ ਬਣ ਜਾਵਾਂ। ਗੰਗਾ ਨੇ ਵਰ ਦਿੱਤਾ। ਕਹਿਣ ਲੱਗੇ ਠੀਕ ਹੈ, ਤੇਰੀ ਇਹ ਤਮੰਨਾ ਪੂਰੀ ਹੋਵੇਗੀ। ਫਿਰ ਗੁਰਮੁਖੋ ਬੜਾ ਲੰਬਾ ਸਮਾਂ ਨਾ ਚੰਦਰਮਾ ਨੇ ਤਪ ਕੀਤਾ ਵਿਸ਼ਨੂੰ ਭਗਵਾਨ ਨੂੰ ਖੁਸ਼ ਕਰਨ ਵਾਸਤੇ। ਜਦੋਂ ਕਈ ਸਾਲ ਲੱਗ ਗਏ ਨਾ ਤਪ ਕਰਦਿਆਂ, ਫਿਰ ਵਿਸ਼ਨੂੰ ਭਗਵਾਨ ਜੀ ਖੁਸ਼ ਹੋਏ। ਕਹਿਣ ਲੱਗੇ ਮੰਗ ਚੰਦਰਮਾ ਕੀ ਚਾਹੀਦਾ। ਚੰਦਰਮਾ ਨੇ ਮਨ ਵਿੱਚ ਸੋਚਿਆ ਵੀ ਪਹਿਲਾਂ ਮੈਂ ਸ਼ਿਵ ਜੀ ਤੋਂ ਵਰ ਮੰਗਿਆ ਵੀ ਕਲੰਕ ਧੋਤਾ ਜਾਵੇ, ਮੇਰਾ ਧੋਤਾ ਨਹੀਂ ਗਿਆ। ਫਿਰ ਮੈਂ ਗੰਗਾ ਤੋਂ ਵਰ ਮੰਗਿਆ ਵੀ ਕਲੰਕ ਧੋਤਾ ਜਾਵੇ, ਤੇ ਮੇਰਾ ਧੋਤਾ ਨਹੀਂ ਗਿਆ। ਹੁਣ ਜੇ ਮੈਂ ਇਹਨਾਂ ਕੋਲੋਂ ਵੀ ਇਹੋ ਹੀ ਵਰ ਮੰਗਿਆ ਤੇ ਇਹਨਾਂ ਵੀ ਅੱਗੋਂ ਇਹੋ ਹੀ ਕਹਿਣਾ ਵੀ ਇਹ ਨਹੀਂ ਕਰਮ ਮਿਟ ਸਕਦਾ, ਭੋਗਣਾ ਪਵੇਗਾ। ਕਿਉਂ ਨਾ ਹੋਵੇ ਕਿ ਮੈਂ ਵਾਰੀ ਕੋਈ ਹੋਰ ਮੰਗ ਲਵਾਂ ਜਿਹਦੇ ਕਰਕੇ ਇਹ ਮੇਰਾ ਪਾਪ ਧੋਤਾ ਜਾਏਗਾ। ਜਦੋਂ ਭਗਵਾਨ ਵਿਸ਼ਨੂੰ ਨੇ ਕਿਹਾ ਮੰਗ ਕੀ ਚਾਹੀਦਾ, ਉਸ ਵੇਲੇ ਵਾਰੇ ਮੰਗਿਆ। ਕਹਿਣ ਲੱਗਾ ਭਗਵਾਨ ਜੀ ਤੁਸੀਂ ਮੇਰੀ ਕੁਲ ਦੇ ਵਿੱਚ ਆ ਕੇ ਜਨਮ ਲਵੋ, ਅਵਤਾਰ ਲਵੋ। ਕੁਲ ਜਨ ਵਧੇ ਮਿਲਿਓ ਸਾਰੰਗ ਪਾਨ ਰੇ। ਉਸ ਵੇਲੇ ਭਗਵਾਨ ਵਿਸ਼ਨੂੰ ਨੇ ਆਖਿਆ, ਕਹਿਣ ਲੱਗੇ ਚੰਦਰਮਾ ਠੀਕ ਹੈ, ਅਸੀਂ ਤੇਰੇ ਕੁਲ ਦੇ ਵਿੱਚ, ਜਿਹੜੀ ਕੁਲ ਹੈ ਨਾ ਚੰਦਰਵੰਸ਼ੀ ਕੁਲ ਦੇ ਵਿੱਚ ਆ ਕੇ ਜਨਮ ਲਵਾਂਗੇ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਬਣ ਕੇ। ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ। ਸਾਰੰਗ ਨਾਮ ਗੁਰਮੁਖੋ ਇੱਕ ਧਨੁੱਖ ਦਾ ਹੈ, ਜਿਹਨੂੰ ਆਪਾਂ ਤੀਰ ਕਮਾਨ ਕਹਿ ਦਿੰਦੇ ਹਾਂ, ਉਹਦਾ ਨਾਮ ਹੈ ਸਾਰੰਗ। ਉਹ ਸਾਰੰਗ ਨਾਮ ਦਾ ਧਨੁੱਖ ਜਿਹੜਾ ਉਹ ਭਗਵਾਨ ਕ੍ਰਿਸ਼ਨ ਜੀ ਹੱਥ ਵਿੱਚ ਰੱਖਦੇ ਸਨ, ਤਾਂ ਹੀ ਭਗਵਾਨ ਕ੍ਰਿਸ਼ਨ ਜੀਆਂ ਨੂੰ ਸਾਰੰਗ ਪਾਨ ਆਖਿਆ ਜਾਂਦਾ। ਗੁਰਬਾਣੀ ਵਿੱਚ ਇਹ ਸ਼ਬਦ ਕਈ ਵਾਰੀ ਆਇਆ, ਸਾਰੰਗ ਪਾਨ। ਸਾਰੰਗ ਨਾਮ ਉਹਨਾਂ ਦੇ ਧਨੁੱਖ ਦਾ ਹੈ ਜਿਹੜਾ ਫੜ ਕੇ ਚਲਾਉਂਦੇ ਸਨ। ਮਹਾਰਾਜ ਕਹਿਣ ਲੱਗੇ ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ। ਸਾਰੰਗ ਨਾਮ ਦਾ ਧਨੁੱਖ, ਪਾਨ ਨਾਮ ਹੈ ਹੱਥ ਦਾ, ਜਿਹਦੇ ਹੱਥ ਵਿੱਚ ਸਾਰੰਗ ਨਾਮ ਦਾ ਧਨੁੱਖ ਹੈ, ਉਹਨੇ ਭਗਵਾਨ ਕ੍ਰਿਸ਼ਨ ਜੀ ਕੁਲ ਜਨ ਮਧੇ ਮਿਲਿਓ,
ਉਹ ਫਿਰ ਚੰਦਰਵੰਸ਼ੀ ਕੁਲ ਦੇ ਵਿੱਚ ਆ ਕੇ ਪੈਦਾ ਹੋਏ। ਚੰਦਰਵੰਸ਼ੀ ਕੁਲ ਕਿਹੜੀ ਹੈ? ਜਿਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਪੈਦਾ ਹੋਏ। ਉਸ ਕੁਲ ਦੇ ਵਿੱਚ ਭਗਵਾਨ ਜੀ ਆਏ ਤੇ ਕਹਿਣ ਲੱਗੇ ਐਡਾ ਵੱਡਾ ਅਵਤਾਰ ਜਿਸ ਕੁਲ ਵਿੱਚ ਆਇਆ, ਉਸ ਕੁਲ ਦੇ ਮੁਖੀ ਦਾ ਕਲੰਕ ਨਹੀਂ ਜੇ ਧੋਤਾ ਗਿਆ। ਸਮੇਂ ਦੇ ਅਵਤਾਰ ਨੇ ਭਗਵਾਨ ਕ੍ਰਿਸ਼ਨ ਜੀ, ਪਰ ਕਹਿਣ ਲੱਗੇ ਐਡਾ ਵੱਡਾ ਅਵਤਾਰ ਜਿਸ ਕੁਲ ਵਿੱਚ ਆਇਆ, ਉਸ ਕੁਲ ਦੇ ਮੁਖੀ ਦਾ, ਦੇਵਤੇ ਦਾ, ਚੰਦਰਮਾ ਦਾ ਕਲੰਕ ਨਹੀਂ ਧੋਤਾ ਗਿਆ। ਐਡਾ ਵੱਡਾ ਇਹ ਪਾਪ ਮਿਟਿਆ ਨਹੀਂ। ਕਰਮ ਕਰਨਾ ਤੇ ਸੌਖਾ ਹੈ, ਉਹਦਾ ਫਲ ਭੋਗਣਾ ਬੜਾ ਔਖਾ। ਬਲਕਿ ਇੱਥੋਂ ਤੱਕ ਭਗਵਾਨ ਕ੍ਰਿਸ਼ਨ ਜੀਆਂ ਨੂੰ ਆ ਕੇ ਚੰਦਰਮਾ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਮੇਰੀ ਕੁਲ ਵਿੱਚ ਆਏ ਹੋ, ਮੇਰੇ ਤੇ ਜਿਹੜੇ ਕਲੰਕ ਲੱਗੇ ਨੇ, ਕਰਮ ਮੇਰੇ ਪਾਪ ਨੇ, ਉਹਨਾਂ ਪਾਪ ਕਰਮਾਂ ਨੂੰ ਖਤਮ ਕਰ ਦਿਓ। ਤੇ ਭਗਵਾਨ ਜੀ ਨੇ ਆਖਿਆ ਨਹੀਂ। ਕਹਿਣ ਲੱਗੇ ਪਾਪ ਕਰਮ ਭੁਗਣਾ ਹੀ ਪਵੇਗਾ। ਸਗੋਂ ਬਚਨ ਇਹ ਹੈ ਵੀ ਜਿਹੜਾ ਤੇਰੇ ਦਰਸ਼ਨ ਕਰੇਗਾ ਨਾ ਕਲੰਕੀ ਰੂਪ ਦੇ, ਉਹਨੂੰ ਵੀ ਕਲੰਕ ਲੱਗ ਜਾਵੇਗਾ। ਜਿਹੜੇ ਗੁਰਮੁਖੋ ਹਿੰਦੂ ਮੱਤ ਵਾਲੇ ਲੋਕ ਨੇ ਨਾ, ਉਹ ਚੌਥ ਸੁਦੀ ਚੰਦਰਮਾ ਦੇ ਦਰਸ਼ਨ ਨਹੀਂ ਕਰਦੇ, ਉਹਦੇ ਵੱਲ ਵੇਖਦੇ ਨਹੀਂ। ਜੇ ਮੈਂ ਵੇਖਾਂਗਾ ਤੇ ਮੈਨੂੰ ਕਲੰਕ ਲੱਗੇਗਾ, ਕਿਉਂਕਿ ਉਹ ਕਲੰਕੀ ਹੈ। ਦੂਜਦੇ ਚੰਦਰਮਾ ਨੂੰ ਚੰਗਾ ਮੰਨਿਆ ਜਾਂਦਾ ਹਿੰਦੂ ਮੱਤ ਦੇ ਮੁਤਾਬਕ, ਜੋਸ਼ ਦੇ ਮੁਤਾਬਕ, ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਦੂਜ ਦਾ ਚੰਦਰਮਾ ਠੀਕ ਹੈ, ਸ਼ੁਭ ਹੈ, ਪਰ ਚੌਥ ਦਾ ਜਾਂ ਤੀਜ ਦਾ ਚੰਦਰਮਾ ਅਸ਼ੁਭ ਹੈ, ਮਾੜਾ ਮੰਨਿਆ ਜਾਂਦਾ। ਉਹਦੇ ਵਿੱਚ ਇਹ ਵੀ ਬਚਨ ਲਿਖਿਆ ਵੀ ਜਿਹੜਾ ਇਸ ਚੰਦਰਮਾ ਦੇ ਦਰਸ਼ਨ ਕਰ ਲੈਂਦਾ ਉਹਨੂੰ ਆਪ ਨੂੰ ਕਲੰਕ ਲੱਗ ਜਾਂਦਾ। ਉਹਦੇ ਵਿੱਚ ਇੱਕ ਸਾਖੀ ਵੀ ਲਿਖੀ ਹੈ ਵਿਦਵਾਨਾਂ ਨੇ ਵੀ ਇਹਨੂੰ ਗੱਲ ਨੂੰ ਸਿੱਧ ਕਰਨ ਵਾਸਤੇ। ਕਹਿਣ ਲੱਗੇ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀਆਂ ਨੇ ਦਰਸ਼ਨ ਕਰ ਲਏ ਸਨ ਚੌਥ ਦੇ ਚੰਦਰਮਾ ਦੇ, ਤੇ ਹੁਣ ਕਲੰਕ ਲੱਗੇਗਾ ਜਿਹੜਾ ਕਲੰਕੀ ਨੂੰ ਦੇਖੇਗਾ। ਕਹਿਣ ਲੱਗੇ ਇੱਕ ਵੇਲੇ ਹੀ ਭਗਵਾਨ ਜੀ ਬੈਠੇ ਸਨ ਯਾਦਵਾਂ ਦੇ ਵਿੱਚ, ਆਪਣੀ ਕੁਲ ਵਾਲਿਆਂ ਦੇ ਵਿੱਚ ਬੈਠੇ ਗੱਲਾਂ ਬਾਤਾਂ ਕਰਦੇ ਪਏ। ਇੰਨੇ ਚਿਰ ਨੂੰ ਇੱਕ ਵਿਅਕਤੀ ਚੱਲ ਕੇ ਆਇਆ, ਨਾਮ ਹੈ ਸ਼ਤਰਾਜੀਤ। ਜਦੋਂ ਚੱਲ ਕੇ ਆਇਆ ਤੇ ਨਾਲ ਦੇ ਵਿਅਕਤੀਆਂ ਨੇ ਆਖਿਆ, ਕਹਿਣ ਲੱਗੇ ਭਗਵਾਨ ਜੀ ਸੂਰਜ ਆਉਂਦਾ ਪਿਆ ਤੁਹਾਡੇ ਦਰਸ਼ਨ ਕਰਨ ਵਾਸਤੇ। ਤੇ ਭਗਵਾਨ ਜੀ ਕਹਿਣ ਲੱਗੇ ਨਹੀਂ, ਸੂਰਜ ਨਹੀਂ ਆ ਰਿਹਾ, ਇਹ ਸ਼ਤਰਾਜੀਤ ਆ ਰਿਹਾ ਹੈ। ਕਿਉਂਕਿ ਉਸਨੇ ਬੜਾ ਲੰਮਾ ਸਮਾਂ ਤਪ ਕਰਕੇ ਨਾ ਸੂਰਜ ਕੋਲੋਂ ਇੱਕ ਮਣੀ ਮੰਗੀ ਸੀ, ਤੇ ਉਹ ਮਣੀ ਇੰਨੀ ਚਮਕਦੀ ਸੀ, ਮੰਨ ਲਓ ਜਿਵੇਂ ਸੂਰਜ ਹੋਵੇ। ਤੇ ਉਹ ਮਣੀ ਆਪਣੇ ਗਲ ਵਿੱਚ ਉਹਨੇ ਪਾਈ ਸੀ। ਜਦੋਂ ਆਇਆ ਸੀ ਤੇ ਉਹਦੀ ਮਣੀ ਚਮਕਦਿਆਂ ਵੇਖ ਕੇ ਨਾਲਦਿਆਂ ਨੇ ਆਖਿਆ ਵੀ ਇਹ ਸੂਰਜ ਹੀ ਤੁਰਿਆ ਆਉਂਦਾ। ਭਗਵਾਨ ਜੀ ਕਹਿਣ ਲੱਗੇ ਨਹੀਂ, ਸੂਰਜ ਨਹੀਂ ਆ ਰਿਹਾ, ਇਹ ਤੇ ਸ਼ਤਰਾਜੀਤ ਆ ਰਿਹਾ। ਇਹਨੇ ਵਰ ਮੰਗਿਆ, ਇਹਨੇ ਭਗਤੀ ਕੀਤੀ ਹੈ ਤੇ ਇਹ ਮਣੀ ਮਿਲੀ ਹੈ ਸੂਰਜ ਦੇ ਕੋਲ, ਇਹਨੇ ਗਲ ਵਿੱਚ ਪਾਈ ਹੈ। ਇੰਨੇ ਚਿਰ ਨੂੰ ਉਹਨੇ ਆ ਕੇ ਮੱਥਾ ਟੇਕਿਆ। ਹੁਣ ਯਾਦਵਾਂ ਦਾ ਧਿਆਨ ਉਹ ਮਣੀ ਵੱਲ ਬੜੀ ਚਮਕਦੀ ਹੈ, ਤੇ ਭਗਵਾਨ ਕ੍ਰਿਸ਼ਨ ਜੀ ਦਾ ਵੀ ਧਿਆਨ ਪੈ ਗਿਆ। ਉਸ ਵੇਲੇ ਯਾਦਵਾਂ ਨੇ ਆਖਿਆ, ਕਹਿਣ ਲੱਗੇ ਵੀ ਸ਼ਤਰਾਜੀਤ ਇਹ ਜਿਹੜੀ ਮਣੀ ਤੂੰ ਗਲ ਵਿੱਚ ਪਾਈ ਹੈ ਨਾ ਬੜੀ ਸੋਹਣੀ ਹੈ, ਤੇ ਤੂੰ ਇਸ ਤਰ੍ਹਾਂ ਕਰ ਵੀ ਇਹ ਭਗਵਾਨ ਕ੍ਰਿਸ਼ਨ ਜੀ ਨੂੰ ਦੇ ਦੇ, ਇਹ ਅਵਤਾਰ ਨੇ, ਇਹਨਾਂ ਕੋਲ ਇਹ ਵਸਤੂ ਚਾਹੀਦੀ ਹੈ। ਇਹ ਬਚਨ ਸੁਣਿਆ ਸ਼ਤਰਾਜੀਤ ਨੇ, ਉਹ ਬੋਲਿਆ ਨਹੀਂ, ਚੁੱਪ ਕੀਤਾ ਰਿਹਾ। ਨਾ ਉਹਨੇ ਕਿਹਾ ਵੀ ਮੈਂ ਦੇਵਾਂਗਾ, ਨਾ ਉਹਨੇ ਕਿਹਾ ਵੀ ਨਹੀਂ ਦੇਵਾਂਗਾ। ਚਲਾ ਗਿਆ ਆਪਣੇ ਘਰ, ਆਪਣੇ ਵੱਡੇ ਭਰਾ ਨੂੰ ਜਾ ਕੇ ਦੱਸਿਆ। ਕਹਿਣ ਲੱਗਾ ਵੀ ਅੱਜ ਮੈਂ ਭਗਵਾਨ ਜੀ ਦੇ ਦਰਸ਼ਨ ਕਰਨ ਗਿਆ ਤੇ ਉੱਥੇ ਮੇਰੇ ਤੋਂ ਉਹਨਾਂ ਨੇ ਮਣੀ ਮੰਗੀ ਹੈ, ਪਰ ਮੈਂ ਨਹੀਂ, ਹਾਂ ਨਹੀਂ ਕੀਤੀ, ਨਾ ਮੈਂ ਨਾ ਕੀਤੀ, ਮੈਂ ਚੁੱਪ ਕਰਕੇ ਆ ਗਿਆ। ਵੱਡੇ ਭਰਾ ਨੇ ਛੋਟਿਆ ਵੀ ਕਿਤੇ ਕੱਲ ਨੂੰ ਗੱਲਾਂ ਬਾਤਾਂ ਕਰਕੇ ਭਗਵਾਨ ਜੀ ਲੈ ਹੀ ਨਾ ਲੈਣ ਇਹ ਮਣੀ, ਤੇ ਕਿਉਂ ਨਾ ਹੋਵੇ ਮੈਂ ਆਪਣੇ ਕੋਲ ਸਾਂਭ ਲਵਾਂ। ਉਹਨੇ ਛੋਟੇ ਭਾਈ ਨੂੰ ਕਿਹਾ ਵੀ ਤੂੰ ਮੈਨੂੰ ਦੇ ਦੇ, ਮੈਂ ਇਹਦੀ ਸਾਂਭ ਕਰਾਂਗਾ। ਹਰ ਵੇਲੇ ਆਪਣੇ ਕੋਲ ਰੱਖਦਾ। ਇੱਕ ਦਿਨ ਜੰਗਲ ਵਿੱਚ ਜਾਂਦਾ ਪਿਆ, ਸ਼ੇਰ ਨੇ ਹਮਲਾ ਕਰ ਦਿੱਤਾ। ਸ਼ੇਰ ਦੇ ਵਿੱਚ ਉਹ ਵਿਅਕਤੀ ਉਹਦੇ ਨਾਲ ਮੁਕਾਬਲਾ ਕਰਦਾ ਮਾਰਿਆ ਗਿਆ। ਜਿਹੜੀ ਮਣੀ ਸੀ ਉਹ ਪੱਗ ਦੇ ਕੱਪੜੇ, ਪੱਗ ਜਿਹੜੀ ਸਿਰ ਤੇ ਬੱਧੀ ਹੈ ਉਸ ਕੱਪੜੇ ਦੇ ਨਾਲ ਮਣੀ ਬੰਨ੍ਹ ਕੇ ਤੇ ਪੱਗ ਦੇ ਵਿੱਚ ਰੱਖੀ ਹੋਈ ਹੈ, ਮਾਰਿਆ ਗਿਆ। ਸ਼ੇਰ ਨੇ ਮਾਰ ਦਿੱਤਾ, ਔਰ ਸ਼ੇਰ ਨੇ ਪੱਗ ਪਾਈ ਮੂੰਹ ਦੇ ਵਿੱਚ ਤੇ ਅੱਗੇ ਨੂੰ ਚਲਾ ਗਿਆ।
ਜਦੋਂ ਕੁਝ ਦਿਨ ਉਹ ਵੱਡਾ ਭਾਈ ਘਰੇ ਨਹੀਂ ਆਇਆ, ਲੱਭਣ ਲੱਗ ਪਿਆ, ਤੇ ਉਸ ਵੇਲੇ ਰੌਲਾ ਪੈ ਗਿਆ ਵੀ ਇਹ ਮਣੀ ਦੀ ਖਾਤਰ ਭਗਵਾਨ ਨੇ ਮਾਰਿਆ ਮੇਰਾ ਭਰਾ। ਸ਼ਤਰਾਜਿਤ ਨੇ ਰੌਲਾ ਪਾਇਆ ਵੀ ਭਗਵਾਨ ਜੀ ਮੇਰੇ ਕੋਲੋਂ ਮਣੀ ਮੰਗਦੇ ਸਨ, ਮੈਂ ਮਣੀ ਦਿੱਤੀ ਨਹੀਂ ਹੈ। ਉਹ ਮਣੀ ਮੇਰੇ ਵੱਡੇ ਭਰਾ ਦੇ ਕੋਲ ਸੀ, ਭਗਵਾਨ ਜੀ ਨੇ ਉਹਨਾਂ ਨੂੰ ਮਾਰ ਦਿੱਤਾ। ਇਹ ਗੱਲ ਸ਼ਤਰਾਜਿਤ ਨੇ ਆਪਣੀ ਘਰਵਾਲੀ ਨੂੰ ਦੱਸੀ ਵੀ ਮੇਰੇ ਵੱਡੇ ਭਰਾ ਨੂੰ ਕ੍ਰਿਸ਼ਨ ਜੀ ਨੇ ਐਸ ਕਰਕੇ ਮਾਰਿਆ, ਮਣੀ ਕਰਕੇ। ਘਰਵਾਲੀ ਨੇ ਉਹ ਗੱਲ ਦਾਸੀਆਂ ਨੂੰ ਦੱਸੀ, ਗੋਲੀਆਂ ਨੂੰ। ਗੋਲੀਆਂ ਨੇ ਗਾਂਹ ਤੋਂ ਗਾਂਹ ਚਲਦਿਆਂ ਚਲਦਿਆਂ ਗੱਲ ਭਗਵਾਨ ਜੀ ਤੱਕ ਪਹੁੰਚ ਗਈ। ਉਹਨਾਂ ਨੇ ਸੋਚਿਆ ਵੀ ਇਹ ਤੇ ਕਲੰਕ ਲੱਗ ਗਿਆ, ਵੀ ਅਸੀਂ ਮਣੀ ਦਾ ਕੀ ਕਰਨਾ। ਹੁਣ ਇਹ ਕਲੰਕ ਨੂੰ ਧੋਤਾ ਜਾਵੇ, ਇਹ ਸੱਚ ਜਿਹੜਾ ਸਾਹਮਣੇ ਲਿਆਂਦਾ ਜਾਵੇ। ਉਹ ਫਿਰ ਆਪ ਜੰਗਲ ਦੇ ਵਿੱਚ ਗਏ। ਜਾ ਕੇ ਕੀ ਵੇਖਦੇ ਕਿ ਉਹ ਵੱਡੇ ਭਾਈ ਨੂੰ ਸ਼ੇਰ ਨੇ ਮਾਰ ਦਿੱਤਾ। ਸ਼ੇਰ ਪੱਗ ਮੂੰਹ ਵਿੱਚ ਪਾ ਕੇ ਅੱਗੇ ਨੂੰ ਗਿਆ। ਅੱਗੇ ਉਸ ਨੂੰ ਭਾਲੂ ਮਿਲ ਪਿਆ, ਜਿਸ ਨੂੰ ਜਾਮਵੰਤ ਕਿਹਾ ਜਾਂਦਾ। ਜਾਮਵੰਤ ਨੇ ਸ਼ੇਰ ਨੂੰ ਮਾਰਿਆ ਤੇ ਉਹ ਪੱਗ ਫੜ ਕੇ ਆਪਣੀ ਗੁਫਾ ਦੇ ਵਿੱਚ ਲੈ ਗਿਆ। ਜਦੋਂ ਪੱਗ ਨੂੰ ਖੋਲ੍ਹਿਆ ਤੇ ਉਹਦੇ ਵਿੱਚ ਮਣੀ ਹੈ। ਭਗਵਾਨ ਕ੍ਰਿਸ਼ਨ ਜੀ ਲੱਭਦਿਆਂ ਲੱਭਦਿਆਂ ਜਦੋਂ ਗੁਫਾ ਦੇ ਵਿੱਚ ਪਹੁੰਚੇ ਤੇ ਜਾਮਵੰਤ ਨੂੰ ਬੜਾ ਗੁੱਸਾ ਆਇਆ। ਫਿਰ ਉਹਨੇ ਭਗਵਾਨ ਕ੍ਰਿਸ਼ਨ ਜੀ ਨਾਲ ਕਹਿੰਦੇ ਮੁਕਾਬਲਾ ਕੀਤਾ। 28 ਦਿਨ ਆਪਸ ਵਿੱਚ ਲੜਦੇ ਰਹੇ ਭਗਵਾਨ ਕ੍ਰਿਸ਼ਨ ਜੀ ਔਰ ਜਾਮਵੰਤ ਜਿਹੜੇ ਸਨ। 28 ਦਿਨ ਗੁਫਾ ਦੇ ਵਿੱਚ ਇੱਕ ਦੂਜੇ ਨਾਲ ਜੰਗ ਕਰਦਿਆਂ ਜਦੋਂ ਕੋਈ ਵੀ ਹਾਰਿਆ ਜਿੱਤਿਆ ਨਹੀਂ, ਫਿਰ ਭਗਵਾਨ ਕ੍ਰਿਸ਼ਨ ਜੀਆਂ ਨੂੰ ਉੱਥੇ ਰਾਮ ਦਾ ਰੂਪ ਬਣਾ ਕੇ ਦਰਸ਼ਨ ਦੇਣੇ ਪਏ। ਕਿਉਂ ਉਹ ਜਿਹੜਾ ਜਾਮਵੰਤ ਸੀ ਉਹ ਭਗਵਾਨ ਰਾਮ ਜੀਆਂ ਦਾ ਉਪਾਸਕ ਸੀਗਾ। ਫਿਰ ਜਦੋਂ ਉਸ ਨੂੰ ਪਤਾ ਲੱਗ ਗਿਆ ਵੀ ਇਹ ਤੇ ਅਵਤਾਰ ਨੇ, ਮੈਂ ਤੇ ਐਵੇਂ ਲੜਦਾ ਪਿਆ, ਫਿਰ ਮਾਫੀ ਮੰਗੀ। ਨਾਲੇ ਤੇ ਉਹ ਮਣੀ ਭਗਵਾਨ ਜੀਆਂ ਨੂੰ ਦੇ ਦਿੱਤੀ, ਨਾਲੇ ਆਪਣੀ ਪੁੱਤਰੀ ਦਾ ਜਿਹੜਾ ਰਿਸ਼ਤਾ ਸੀ, ਆਪਣੀ ਧੀ ਦਾ ਜਾਮਵੰਤ ਨੇ ਭਗਵਾਨ ਕ੍ਰਿਸ਼ਨ ਜੀਆਂ ਨੂੰ ਕੀਤਾ। ਇਹ ਬਚਨ ਜਿਹੜੇ ਨੇ ਸ਼ਾਸਤਰਾਂ ਦੇ ਵਿੱਚ ਲਿਖੇ ਹੋਏ ਵੀ ਇਸ ਤਰੀਕੇ ਦੇ ਨਾਲ ਰਿਸ਼ਤਾ ਕੀਤਾ, ਨਾਲੇ ਮਣੀ ਦਾਜ ਦੇ ਵਿੱਚ ਦੇ ਦਿੱਤੀ ਵੀ ਲਓ ਮਣੀ ਵੀ ਤੁਸੀਂ ਲੈ ਜਾਓ। ਉਹ ਜਿਹੜੀ ਮਣੀ ਸੀ ਉਹ ਭਗਵਾਨ ਕ੍ਰਿਸ਼ਨ ਜੀਆਂ ਨੇ ਲਿਆ ਕੇ ਉਹਨੂੰ ਦਿੱਤੀ। ਸ਼ਤਰਾਜਿਤ ਨੂੰ ਜਿਹੜਾ ਕਹਿੰਦਾ ਸੀ ਨਾ ਵੀ ਮੇਰੇ ਭਰਾ ਨੂੰ ਮਾਰ ਕੇ ਮਣੀ ਖੋਲੀ ਹੈ, ਉਹ ਮਣੀ ਲਿਆ ਕੇ ਉਹਨੂੰ ਵਾਪਸ ਕੀਤੀ। ਕਹਿਣ ਲੱਗੇ ਲੈ ਭਾਈ ਆ ਮਣੀ ਤੇਰੇ ਭਰਾ ਨੂੰ ਸ਼ੇਰ ਨੇ ਮਾਰਿਆ, ਅਸੀਂ ਨਹੀਂ ਮਾਰਿਆ, ਔਰ ਸਾਨੂੰ ਤੇਰੀ ਮਣੀ ਨਹੀਂ ਚਾਹੀਦੀ ਹੈ, ਤੂੰ ਰੱਖ ਲਾ ਆਪਣੇ ਕੋਲ। ਤੋ ਇਸ ਤਰ੍ਹਾਂ ਕਰਕੇ ਉਹ ਸੱਚ ਤੇ ਝੂਠ ਦਾ ਨਤਾਰਾ ਕੀਤਾ, ਦੱਸਿਆ। ਬਚਨ ਆ ਗਿਆ। ਕਹਿਣ ਲੱਗੇ ਜੇ ਕਲੰਕੀ ਚੰਦਰਮਾ ਦਾ ਦਰਸ਼ਨ ਭਗਵਾਨ ਕ੍ਰਿਸ਼ਨ ਨੂੰ ਵੀ ਹੋ ਗਿਆ ਨਾ, ਤੇ ਭਗਵਾਨ ਕ੍ਰਿਸ਼ਨ ਨੂੰ ਵੀ ਮਣੀ ਚੋਰੀ ਕਰਨ ਦਾ ਕਲੰਕ ਲੱਗਿਆ ਵੀ ਇਹਨੇ ਮਣੀ ਚੋਰੀ ਕਰਕੇ ਬੰਦਾ ਮਾਰ ਦਿੱਤਾ। ਉਹਦੇ ਭਗਵਾਨ ਜੀਆਂ ਨੇ ਬਾਅਦ ਵਿੱਚ ਸਭ ਕੁਝ ਤਹਿਕੀਕਾਤ ਕਰਕੇ ਵਿਖਾ ਦਿੱਤਾ ਵੀ ਨਹੀਂ ਅਸੀਂ ਨਹੀਂ ਮਾਰਿਆ, ਇਹਨੂੰ ਸ਼ੇਰ ਨੇ ਮਾਰਿਆ, ਅਸੀਂ ਤੇ ਤੁਹਾਡੀ ਮਣੀ ਲਿਆ ਕੇ ਤੁਹਾਨੂੰ ਵਾਪਸ ਕੀਤੀ ਹੈ। ਉਹ ਇਹ ਗੱਲ ਵਿਖਾ ਕੇ ਆਪਣਾ ਜਿਹੜਾ ਕਲੰਕ ਸੀ ਉਹ ਧੋਤਾ। ਮਹਾਰਾਜ ਇੱਥੇ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਇਹੋ ਜਿਹਾ ਕਲੰਕ ਲੱਗਿਆ ਚੰਦਰਮਾ ਨੂੰ, ਚੰਦਰਮਾ ਆਪ ਤੇ ਕਲੰਕੀ ਹੋ ਗਿਆ। ਜਿਹੜਾ ਕਲੰਕੀ ਚੰਦਰਮਾ ਦੇ ਦਰਸ਼ਨ ਕਰਦਾ ਉਹਨੂੰ ਵੀ ਕਲੰਕ ਲੱਗ ਜਾਂਦਾ, ਭਾਵੇਂ ਉਹ ਸਮੇਂ ਦਾ ਅਵਤਾਰ ਹੀ ਕਿਉਂ ਨਾ ਹੋਵੇ। ਕੁਲ ਜਨ ਵਧੇ ਮਿਲਿਓ ਸਾਰੰਗ ਪਾਣ ਰੇ। ਕੁਲ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਵੀ ਆ ਗਏ, ਪਰ ਇਸ ਚੰਦਰਮਾ ਦਾ ਕਲੰਕ ਨਹੀਂ ਕੋਈ ਧੋ ਸਕਿਆ। ਇਹ ਭਗਤ ਤਰਲੋਚਨ ਜੀ ਕਹਿ ਰਹੇ ਨੇ, ਕੋਠੇ ਦੀ ਛੱਤ ਤੇ ਬੈਠੇ ਸਨ, ਆਪਣੀ ਘਰਵਾਲੀ ਨੂੰ ਦੱਸਦੇ ਪਏ। ਕਹਿਣ ਲੱਗੇ ਪਾਪ ਕਰਮ ਕੀਤਾ ਹੋਇਆ ਕਦੇ ਮਿਟਦਾ ਨਹੀਂ। ਇੱਥੇ ਤੇ ਚੰਦਰਮਾ ਵਰਗੇ ਨਹੀਂ ਮਿਟਾ ਸਕੇ, ਜਿਨ੍ਹਾਂ ਨੇ ਇੰਨਾ ਲੰਮਾ ਤਪ ਕਰਕੇ ਸ਼ਿਵ ਜੀ ਕੋਲੋਂ ਵਰ ਲੈ ਲੈ, ਗੰਗਾ ਕੋਲੋਂ ਵਰ ਲੈ ਲੈ, ਵਿਸ਼ਨੂੰ ਭਗਵਾਨ ਕੋਲੋਂ ਵਰ ਲੈ ਲੈ। ਇੰਨੇ ਵਰ ਲੈਣ ਤੋਂ ਮਗਰੋਂ ਵੀ ਆਪਣੇ ਪਾਪ ਕਰਮ ਨੂੰ ਧੋ ਨਹੀਂ ਸਕਿਆ। ਉਸੇ ਤਰ੍ਹਾਂ ਅੱਜ ਵੀ ਚੰਦਰਮਾ ਨੂੰ ਕਲੰਕੀ ਕਿਹਾ ਜਾਂਦਾ ਵੀ ਇਹਨੂੰ ਕਲੰਕ ਲੱਗਿਆ। ਅੱਜ ਵੀ ਚੰਦਰਮਾ ਵੱਧਦਾ ਤੇ ਘਟਦਾ ਹੈ, ਇਹ ਇਹਦੇ ਕੀਤੇ ਕਰਮ ਦੀ ਸਜ਼ਾ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹਦੇ ਕਲੰਕੀ ਚੰਦਰਮਾ ਦੇ ਜਿਹੜਾ ਦਰਸ਼ਨ ਕਰ ਲੈਂਦਾ, ਭਾਵੇਂ ਉਹ ਸਮੇਂ ਦਾ ਅਵਤਾਰ ਭਗਵਾਨ ਕ੍ਰਿਸ਼ਨ ਹੀ ਕਿਉਂ ਨਾ ਹੋਵੇ, ਕਹਿਣ ਲੱਗੇ ਕਲੰਕ ਤੇ ਉਹਨਾਂ ਦੇ ਮੱਥੇ ਵੀ ਚੋਰੀ ਕਰਨ ਦਾ ਲੱਗ ਗਿਆ। ਇਤਿਹਾਸ ਦੇ ਵਿੱਚੋਂ, ਸ਼ਾਸਤਰਾਂ ਦੇ ਵਿੱਚੋਂ ਕੁਝ ਸਾਖੀਆਂ ਨੇ ਜਿਹੜੀਆਂ ਵਿਦਵਾਨਾਂ ਨੇ ਸਮਝਾਉਣ ਵਾਸਤੇ ਲਿਖੀਆਂ ਹਨ। ਕਰਮ ਕਰ ਕਲੰਕ ਮਫੀਟਸਰੀ। ਇਸ ਕਰਕੇ ਭਗਤ ਤਰਲੋਚਨ ਜੀ ਕਹਿਣ ਲੱਗੇ ਹੇ ਇਸਤਰੀ ਕਰਮ ਕਰ। ਜਿਹੜੇ ਕਰਮ ਚੰਦਰਮਾ ਨੇ ਕੀਤੇ ਉਹ ਕਲੰਕ ਬਣ ਕੇ ਮਫੀਟਸ ਰਹੇ।
ਮਫੀਟਸ ਤੋਂ ਭਾਵ ਹੁੰਦਾ ਅਮਿਟ, ਜਿਹਨੂੰ ਮਿਟਿਆ ਨਾ ਜਾ ਸਕੇ, ਜਿਹਨੂੰ ਧੋਤਾ ਨਾ ਜਾ ਸਕੇ। ਕਹਿਣ ਲੱਗੇ ਜਿਹੜੇ ਕਰਮ ਚੰਦਰਮਾ ਨੇ ਕੀਤੇ ਉਹ ਕਰਮ ਉਹਦਾ ਕਲੰਕ ਬਣ ਗਏ। ਉਹਨਾਂ ਕਲੰਕਾਂ ਨੂੰ ਧੋਣ ਵਾਸਤੇ ਉਹਨੇ ਬੜਾ ਕੁਝ ਕੀਤਾ, ਪਰ ਨਹੀਂ, ਉਹ ਕਲੰਕ ਧੋਤੇ ਨਹੀਂ ਗਏ। ਅੱਜ ਵੀ ਉਹਨਾਂ ਕਲੰਕਾਂ ਦੇ ਨਾਲ ਹੀ ਚੰਦਰਮਾ ਨੂੰ ਯਾਦ ਕੀਤਾ ਜਾਂਦਾ। ਆਪਣਾ ਕਰਮ ਧੋਣ ਵਾਸਤੇ ਕਦੇ ਸ਼ਿਵ ਜੀ ਦੀ ਪੂਜਾ ਕਰਦਾ ਹੈ, ਕਦੇ ਮੱਥੇ 'ਚ ਜਾ ਕੇ ਬੈਠ ਜਾਂਦਾ ਹੈ, ਕਦੇ ਗੰਗਾ ਦਾ ਇਸ਼ਨਾਨ ਕਰਦਾ ਹੈ, ਕਦੇ ਭਗਵਾਨ ਕ੍ਰਿਸ਼ਨ ਨੂੰ ਆਪਣੀ ਕੁਲ ਦੇ ਵਿੱਚ ਪੈਦਾ ਕਰ ਦਿੰਦਾ ਹੈ। ਇੰਨਾ ਕੁਝ ਕੀਤਾ ਹੈ, ਪਰ ਇੰਨਾ ਕੁਝ ਕਰਨ ਤੋਂ ਮਗਰੋਂ ਵੀ ਆਪਣੇ ਕਲੰਕ ਨੂੰ ਧੋ ਨਹੀਂ ਸਕਿਆ। ਉਹ ਕਲੰਕ ਉਸੇ ਤਰ੍ਹਾਂ ਹੀ ਬਣਿਆ ਹੋਇਆ। ਇਹ ਬਚਨ ਨੇ ਭਗਤ ਤਰਲੋਚਨ ਜੀਆਂ ਦੇ। ਕਰਮ ਕਰ ਕਲੰਕ ਮਫੀਟ ਸਰੀ। ਬੰਦਿਆ, ਪਾਪ ਕਰਮ ਨਾ ਕਰਿਆ ਕਰ। ਪਾਪ ਕਰਮ ਧੋਤਾ ਨਹੀਂ ਜਾਂਦਾ, ਉਹਦਾ ਫਲ ਮਿਲਦਾ। ਇੱਥੇ ਦੇਵਤਿਆਂ ਨੂੰ ਭੋਗਣਾ ਪਿਆ। ਇਹ ਸਮਝਾਉਂਦੇ ਪਏ ਭਗਤ ਜੀ ਆਪਣੀ ਬਾਣੀ ਦੇ ਵਿੱਚ। ਅੱਗੇ ਹੋਰ ਕਿਹੜੇ ਕਿਹੜੇ ਬਚਨ ਕਰਨਗੇ, ਕਿਹੜੇ ਕਿਹੜੇ ਦੇਵਤਿਆਂ ਦਾ, ਪੈਗੰਬਰਾਂ ਦਾ ਨਾਮ ਲੈਣਗੇ ਜਿਨ੍ਹਾਂ ਨੂੰ ਸ਼ਰਾਪ ਮਿਲੇ ਸਨ ਤੇ ਉਹ ਕਰਮ ਉਹਨਾਂ ਨੂੰ ਭੋਗਣੇ ਪਏ। ਉਹ ਆਪਾਂ ਅਗਲੇ ਦੀਵਾਨਾਂ ਵਿੱਚ ਨਾਲ ਨਾਲ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਜੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲੋ। ਸ਼ੰਕਰਾ ਮਸਤਕ ਬਸਤਾ ਸੋ ਸ੍ਰੀ ਇਸ਼ਨਾਨ ਰੇ। ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਟ ਸ੍ਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ